ਹੁਣ ਟਰੱਕ ਚਲਾਉਣਾ ਸਿੱਖ ਕੇ ਕਰੋ ਕਮਾਈਆਂ। 2020 CDL ਡਰਾਈਵਿੰਗ ਸਕੂਲ ਫਰੈਡਰਿਕਸਬਰਗ ਵਰਜੀਨੀਆ ਵਿਖੇ, ਜਿੱਥੇ CDL ਕਲਾਸ A, B ਤੇ P ਦੀ ਟ੍ਰੇਨਿੰਗ, ਕਾਰਸ, ਬੱਸਿਸ, ਬਾਕਸ ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਵੀ ਚਲਾਉਣੇ ਸਿਖਾਏ ਜਾਂਦੇ ਨੇ। ਇੱਥੇ ਨਾ ਸਿਰਫ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ, ਸਗੋਂ ਰਿਹਾਇਸ਼ ਦਾ ਵੀ ਪ੍ਰਬੰਧ ਹੈ। ਅੱਜ ਹੀ ਸੰਪਰਕ ਕਰੋ ਸਨੀ ਨੂੰ 540 656 0985 ਤੇ या फिर कॉल करो 204 777 0460। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360652 6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। जी हाँ, ड्रीमलाइनर एक्सप्रेस कंपनी कैलगरी अल्बर्टा कैनेडा, जिन्हां नूं साफ सुथरे रिकॉर्ड ते 2 साला तजर्बे वाले ड्राइवर्स दी लोड़ है। इन्हां कोल कैलगरी अल्बर्टा तो कैलिफोर्निया ते एरिजोना दे सिद्धे रन। इन्हां कोल ड्राई ते रीफर लोड भी है। होम रिटर्न विद इन 5 डेज, बाई वीकली ते चंगी तनख्वाह दिंदे आ। और हाँ, सिंगल ते टीम्स दोनां नूं हायर करदे ने। वधेरे जानकारी लई कॉल 403 404 9501 403 404 9501। ड्रीमलाइनर एक्सप्रेस कंपनी कैलगरी अल्बर्टा कैनेडा। ਸ਼ਮਾਦਾਨ। ਸਰੋਤਿਓ, ਪ੍ਰੋਗਰਾਮ ਸ਼ਮਾਦਾਨ 'ਚ ਤੁਹਾਡਾ ਸਵਾਗਤ ਹੈ। ਮੇਰੇ ਵੱਲੋਂ ਯਾਨੀ ਕਿ ਦਲਬੀਰ ਬਰਾੜ ਵੱਲੋਂ, ਜਸਬੀਰ ਪੱਟੀ ਸਾਹਿਬ ਵੱਲੋਂ, ਸਵਰਨ ਦਾਨੀਆ ਸਾਹਿਬ ਵੱਲੋਂ, ਸਵਰਨ ਦਾਨੇਵਾਲੀਆ ਸਾਹਿਬ ਵੱਲੋਂ, ਬਖਤੌਰ ਢਿੱਲੋਂ ਸਾਹਿਬ ਵੱਲੋਂ ਅਤੇ ਸਾਡੀ ਸਮੁੱਚੀ ਟੀਮ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ, ਅੱਜ ਦਿਨ ਸ਼ੁੱਕਰਵਾਰ, ਤਰੀਕ 10 ਦਸੰਬਰ, ਅਤੇ ਸਾਡੇ ਬਠਿੰਡੇ ਸਟੂਡੀਓ ਦੀ ਘੜੀ ਮੁਤਾਬਕ ਸਮਾਂ ਹੋ ਰਿਹਾ ਜੀ ਸ਼ਾਮ ਦੇ 6:31। ਅਤੇ ਤੁਸੀਂ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਜ਼ਰੀਏ ਬਠਿੰਡਾ ਸਟੂਡੀਓ ਤੋਂ ਮੇਰੇ ਨਾਲ ਲਾਈਵ ਜੁੜੇ ਹੋਏ ਹੋ। ਅਤੇ ਇਸ ਵਕਤ ਮੇਰੇ ਨਾਲ ਫੋਨ ਲਾਈਨ 'ਤੇ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਸੀਨੀਅਰ ਪੱਤਰਕਾਰ ਜਸਬੀਰ ਸਿੰਘ ਜੀ ਪੱਟੀ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਜੀ, ਪੱਟੀ ਸਾਹਿਬ ਦਾ ਫੋਨ ਲਾਈਨ ਦੇ ਨਾਲ ਸੰਪਰਕ ਹੋ ਰਿਹਾ। ਅਤੇ ਤੁਹਾਨੂੰ ਦੱਸ ਦਈਏ ਕਿ ਅੱਜ ਵਿਸ਼ੇਸ਼ ਚਰਚਾ ਦੇ ਵਿੱਚ ਜਿਹੜਾ ਹੈਗਾ ਉਹ ਵਿਜੀਲੈਂਸ ਵਿਭਾਗ ਰਿਹਾ, ਜਿਹਨੇ ਤਹਿਸੀਲਦਾਰ ਜਿਹੜਾ ਹੈ ਉਹ ਫੜਿਆ, ਪਰ ਤਬਾਦਲਾ ਹੋਇਆ। ਕਿਹਨਾਂ ਦਾ ਹੋਇਆ, ਇਹ ਪੱਟੀ ਸਾਹਿਬ ਸਾਨੂੰ ਵਿਸਤਾਰ ਦੇ ਵਿੱਚ ਜਾਣਕਾਰੀ ਦੇਣਗੇ। ਚੰਨੀ ਸਾਹਿਬ ਨੇ ਇੱਕ ਬੜਾ ਇਨਾਮ ਰੱਖਿਆ 25,000 ਦਾ, ਕਿਸ 'ਤੇ ਰੱਖਿਆ ਅਤੇ ਕਿਉਂ ਰੱਖਿਆ, ਇਹਦੀ ਜਾਣਕਾਰੀ ਵੀ ਜਸਬੀਰ ਸਿੰਘ ਪੱਟੀ ਸਾਹਿਬ ਸਾਨੂੰ ਦੇਣਗੇ। ਸਰਸਾ ਡੇਰਾ ਚਰਚਾ ਦੇ ਵਿੱਚ ਆ। ਡਾਕਟਰ ਰੇਣੇ ਤੋਂ ਪੁੱਛਗਿੱਛ ਕਰਨ ਲਈ ਸਿੱਟ ਜਿਹੜੀ ਹੈ ਉਹ ਪਹੁੰਚਦੀ ਹੈ, ਕੀ ਨਤੀਜਾ ਨਿਕਲਦਾ ਅਤੇ ਕਿਸ ਜੱਜ ਦੀ ਜਿਹੜੀ ਹੈ ਉਹ ਛੁੱਟੀ ਹੋਣ ਨਾਲ ਕਿਹੜੇ ਕੇਸ ਦੀ ਸੁਣਵਾਈ ਟਲੀ ਹੈ, ਇਹ ਵੀ ਪੱਟੀ ਸਾਹਿਬ ਸਾਨੂੰ ਦੱਸਣਗੇ। ਅਤੇ ਸੰਪਰਕ ਸਾਧਿਆ ਜਾ ਚੁੱਕਿਆ ਜੀ। ਪੱਟੀ ਸਾਹਿਬ ਸਾਡੇ ਨਾਲ ਨੇ। ਸਤਿ ਸ਼੍ਰੀ ਅਕਾਲ ਪੱਟੀ ਸਾਹਿਬ। ਪੱਟੀ ਸਾਹਿਬ, ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਸਵਾਗਤ ਹੈ ਜੀ ਤੁਹਾਡਾ। ਪੱਟੀ ਸਾਹਿਬ ਸਾਡੇ ਨਾਲ ਨੇ ਬਿਲਕੁਲ। ਹੈਲੋ। ਹਾਂਜੀ। ਸਤਿ ਸ਼੍ਰੀ ਅਕਾਲ ਪੱਟੀ ਸਾਹਿਬ। ਸਤਿ ਸ਼੍ਰੀ ਅਕਾਲ ਜੀ ਜਗਵੀਰ ਸਿੰਘ। ਸਤਿ ਸ਼੍ਰੀ ਅਕਾਲ ਬਰਾੜ ਸਾਹਿਬ। ਉਮੀਦ ਕਰਦੇ ਹਾਂ ਸਿਹਤਯਾਬ ਹੋਵੋਗੇ ਅਤੇ ਵਾਹਿਗੁਰੂ ਦੀ ਕਿਰਪਾ ਤੁਹਾਡੇ 'ਤੇ ਰਹਿੰਦੀ ਹੈ। ਬਿਲਕੁਲ ਜੀ, ਅੱਗੇ ਨੂੰ ਕਾਫੀ ਠੀਕ ਹੈ ਜੀ। ਥੋੜਾ ਜਿਹਾ ਫਰਕ ਰਹਿ ਗਿਆ, 20% ਕਮਜ਼ੋਰੀ, ਬਾਕੀ ਠੀਕ ਆ। ਡਾਕਟਰ ਦੇ ਮਨਾ ਕਰਨ ਤੇ ਵੀ ਰਾਮ ਸਿੰਘ ਫੋਨ ਕਰ ਲੈਂਦਾ, ਮਜਬੂਰੀ ਵਾਸਤੇ ਰੋਣਾ ਪੈਂਦਾ ਵਾ। ਡਾਕਟਰ ਸਾਹਿਬ ਕਹਿੰਦੇ ਜੀ ਨਾ ਬੰਦਿਆ ਦਾ ਬੋਲੋ, ਲੇਕਿਨ ਹੁਣ ਫਿਰ
ਕੁਝ ਸਾਡੇ ਜਿਹੜੇ ਸਰੋਤੇ ਨੇ ਉਹ ਵੀ ਫੋਨ ਕਰ ਦਿੰਦੇ ਜੀ, ਆਓ ਜੀ ਕਦੋਂ ਆ ਰਹੇ ਹੋ, ਕਦੋਂ ਆ ਰਹੇ ਹੋ। ਬਿਲਕੁਲ ਉਡੀਕ ਦੇ ਵਿੱਚ ਰਹਿੰਦੇ ਆ ਪੱਟੀ ਸਾਹਿਬ। ਜੋ ਖਬਰਾਂ, ਜੋ ਜਾਣਕਾਰੀ, ਅਹਿਮ ਜਾਣਕਾਰੀ ਤੁਸਾਂ ਨੇ ਸਰੋਤਿਆਂ ਨੂੰ ਦੇਣੀ ਹੈ ਤਾਂ ਉਹ ਤੁਹਾਡੇ ਤੋਂ ਬਿਨਾਂ ਕੋਈ ਹੋਰ ਨਹੀਂ ਦੇ ਸਕਦਾ। ਅਤੇ ਹੁਣ ਵੀ ਅਸੀਂ ਸਰੋਤਿਆਂ ਨਾਲ ਗੱਲ ਕਰ ਰਹੇ ਸੀ ਤਾਂ ਦੱਸਿਆ ਕਿ ਵਿਜੀਲੈਂਸ ਵਿਭਾਗ ਵੱਲੋਂ ਰਿਸ਼ਵਤ ਦੇ ਦੋਸ਼ 'ਚ ਫੜੇ ਗਏ ਤਹਿਸੀਲਦਾਰ ਨੂੰ ਲੈ ਕੇ ਵਿਜੀਲੈਂਸ ਦੇ DSP ਦਾ ਤਬਾਦਲਾ ਹੋ ਗਿਆ ਜੀ। ਅਤੇ ਮਾਲ ਵਿਭਾਗ ਜਿਹੜਾ ਪਿਛਲੇ ਕਈ ਦਿਨਾਂ ਤੋਂ ਹੜਤਾਲ 'ਤੇ ਸੀ, ਇਹਦੇ ਬਾਰੇ ਕੀ ਤਫਸੀਲ 'ਚ ਜਾਣਕਾਰੀ ਹੈ ਜੀ? ਇਹ ਸਾਡੀ ਬਦਕਿਸਮਤੀ ਹੈ ਜੀ, ਟੋਟਲੀ ਬਦਕਿਸਮਤੀ ਹੈ। ਬਦਕਿਸਮਤੀ ਸਾਡੀ ਇਸ ਕਰਕੇ ਆ ਕਿ ਰੈਵਨਿਊ ਡਿਪਾਰਟਮੈਂਟ ਜਿਹੜਾ ਵਾ ਉੱਥੇ ਰਿਸ਼ਵਤ ਬਹੁਤ ਚੱਲਦੀ, ਕਿਹਨੂੰ ਨਹੀਂ ਪਤਾ, ਹਰ ਰੋਜ਼ ਤੇ ਲੱਖਾਂ ਦੀ ਕਰੋੜਾਂ ਕਰਕੇ ਜੀ। ਹੁਸ਼ਿਆਰਪੁਰ ਦੇ ਵਿੱਚ ਸੰਦੀਪ ਕੁਮਾਰ ਇੱਕ ਨਾਇਬ ਤਹਿਸੀਲਦਾਰ ਹੈ, ਉਹਦੇ ਨਾਲ ਕਲਰਕ ਆ, 4 ਵਿਅਕਤੀ ਹੋਰ, ਉਹਨਾਂ ਨੂੰ ਰਿਸ਼ਵਤ ਦੇ ਦੋਸ਼ ਵਿੱਚ ਉਹਨੇ DSP ਤੇ ਇੱਕ ਸਬ ਇੰਸਪੈਕਟਰ ਨੇ ਗ੍ਰਿਫਤਾਰ ਕਰ ਲਿਆ ਜੀ। ਪ੍ਰੂਫ ਪੱਕੇ ਆ, ਸਭ ਕੁਝ ਪੱਕੇ ਆ, ਲੇਕਿਨ ਉਹਨਾਂ ਦੇ ਹੱਥ ਦੇ ਵਿੱਚ ਆ ਗਏ ਦੂਸਰੇ ਲੋਕ ਜਿਹੜੇ ਨਾਲ ਸਾਥੀ ਤਹਿਸੀਲਦਾਰ ਸੀ, ਨਾਇਬ ਤਹਿਸੀਲਦਾਰ ਸੀ, ਪਟਵਾਰੀ ਸੀ, ਕਾਨੂੰਗੀ ਸਟ੍ਰਾਈਕ ਕਰਤੀ ਜੀ। ਪਿਛਲੇ 18 ਤੋਂ ਸਟ੍ਰਾਈਕ ਤੇ ਸੀ ਤੇ ਅੱਜ ਮੁੱਖ ਮੰਤਰੀ ਸਾਹਿਬ ਦੇ ਮਰਿੰਡਾ ਜਿਹੜੀ ਰਿਹਾਇਸ਼ ਹੈ ਉੱਥੇ ਵੀ ਜਾ ਕੇ ਪਤਾ ਲੱਗਾ ਕਿ ਮੁਜ਼ਾਹਰਾ ਵਗੈਰਾ ਕੀਤਾ ਉਹਦਾ ਜੀ। ਹੁਣ ਸਰਕਾਰ ਦੀ ਇੱਕ ਮਜਬੂਰੀ ਬਣ ਗਈ ਕਿ ਰੈਵਨਿਊ ਡਿਪਾਰਟਮੈਂਟ ਇੱਕ ਹੈ ਜਿਹੜਾ ਹਰ ਵਿਅਕਤੀ ਨਾਲ, ਹਰ ਨਾਗਰਿਕ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਜੁੜਿਆ। ਪਟਵਾਰੀ ਦੀ ਵੀ ਲੋੜ ਪੈਂਦੀ ਆ, ਤਹਿਸੀਲਦਾਰ ਦੀ ਲੋੜ ਪੈਂਦੀ ਆ, ਕਾਨੂੰਗੋ ਦੀ ਲੋੜ ਪੈਂਦੀ ਆ। ਉਹ ਜੁੜਿਆ ਹੋਣ ਕਰਕੇ ਹੁਣ ਇਹਨਾਂ ਨੂੰ ਆਖਰਕਾਰ ਸਰਕਾਰ ਨੂੰ ਝੁਕਣਾ ਪਿਆ ਤੇ ਉਹ DSP ਤੇ ਜਿਹੜਾ ਸਬ ਇੰਸਪੈਕਟਰ ਉਹਨਾਂ ਦਾ ਤਬਾਦਲਾ ਬਕਾਇਦਾ ਤੌਰ ਤੇ ਹੈਡਕੁਆਟਰ ਚੰਡੀਗੜ੍ਹ ਕਰ ਦਿੱਤਾ ਜੀ। ਮੈਂ ਥੋੜਾ ਜਿਹਾ ਤੁਹਾਨੂੰ ਪਿੱਛੇ ਲੈ ਜਾਵਾਂ ਜੀ। ਅੰਮ੍ਰਿਤਸਰ ਜੇਲ੍ਹ ਦੇ ਸੁਪਰਡੈਂਟ SP ਸਿੰਘ ਹੁੰਦੇ ਸੀ, ਉਹਨਾਂ ਨੂੰ ਬਕਾਇਦਾ ਤੌਰ ਤੇ ਰਿਸ਼ਵਤ ਦੇ ਕੇਸ ਵਿੱਚ ਜਿਹੜੀ ਅੰਮ੍ਰਿਤਸਰ ਦੇ ਵਿਜੀਲੈਂਸ ਦੇ SSP RPS ਬਾਜਵਾ ਨੇ ਗ੍ਰਿਫਤਾਰ ਕੀਤਾ ਜੀ। ਮਾਮਲਾ ਸਰਕਾਰ ਤੋਂ 9 ਕਰੋੜ ਰੁਪਏ ਆਏ, 9 ਲੱਖ ਰੁਪਏ ਆਏ ਸੀ ਤੇ ਉਹ ਵੰਡਣ ਦਾ ਸੀ। ਵਿਜੀਲੈਂਸ ਵੀ ਚਾਹੁੰਦਾ ਜੀ ਸਾਨੂੰ ਵੀ ਜੇ ਸਾਡੇ ਨੂੰ ਅਸੀਂ ਚੁੱਪ ਕਰਕੇ ਮਿੱਠੇ ਰਹਿੰਦੇ ਹਾਂ, ਤੇ ਜੇ ਨਹੀਂ ਤੇ ਫਿਰ ਅਸੀਂ ਨਹੀਂ ਦੇਣਾ, ਫਿਰ ਅਸੀਂ ਆਪਣੀ ਕਾਰਵਾਈ ਕਰਾਂਗੇ। ਤੇ SP ਸਿੰਘ ਬੜਾ ਵਿਹਰਿਆ ਹੁੰਦਾ ਸੀ ਵੀ ਮੇਰਾ ਕੀ ਵਿਗਾੜਨਾ ਜੀ। ਉਹ ਪੈਸੇ ਖਾ ਗਏ, ਇਹਨਾਂ ਜਾ ਕੇ ਜਾਂਚ ਕੀਤੀ, ਉਹ ਦੋਸ਼ੀ ਪੈ ਗਿਆ, ਉਹਨੂੰ ਫੜ ਕੇ ਅੰਦਰ ਦੇ ਦਿੱਤਾ। ਮੀਡੀਆ ਵੀ ਬੜਾ ਔਖਾ ਸੀ ਤੇ ਮੀਡੀਆ ਨੇ ਜਿਹੜੀ ਉਹਦੀ ਪਰੇਡ ਕਰਾਈ ਉਦੋਂ ਥਾਣੇ ਦੇ ਵਿੱਚ ਉਹ ਵੇਖਣ ਵਾਲੀ ਸੀਗੀ। ਪੁਲਿਸ ਨੇ ਅਸੀਂ ਕੁਛ ਕਹਿਣਾ ਨਹੀਂ, ਤੁਸੀਂ ਜੋ ਕਹਿਣਾ ਕਹਿ ਲਓ, ਤੇ ਬੜੀ ਮੁਸ਼ਕਲ ਨਾਲ ਬਚਾਇਆ ਸੀ ਉਹ ਕੁੱਟਮਾਰ ਜੀ। ਉਸ ਟਾਈਮ ਤੇ ਮੈਂ ਕਿਹਾ ਜੀ, ਮੈਂ ਕਿਹਾ ਇੱਥੋਂ ਜਿਹੜਾ ਕਰੀਬ ਮੈਂ ਕਿਹਾ 3 ਕਿਲੋਮੀਟਰ ਦੂਰ ਆ ਜੇਲ੍ਹ, ਜਿੱਥੇ SSP ਸਾਹਿਬ ਤੁਸੀਂ ਗਏ ਹੋ ਬਕਾਇਦਾ ਤੌਰ ਤੇ ਰੇਡ ਕਰਨ ਵਾਸਤੇ, ਤੇ ਇਹਨੂੰ ਫੜ ਕੇ ਲੈਣਾ ਠੀਕ ਕੀਤਾ ਤੁਸੀਂ, ਉਹ ਕੀਤਾ ਸੀ, ਇਹਦੇ ਖਿਲਾਫ ਨਹੀਂ ਹੈ। ਲੇਕਿਨ ਤੁਹਾਡੇ ਆ 50 ਗਜ ਦੇ ਉੱਤੇ ਜਿਹੜੀ ਆ ਸਾਡੀ ਤਹਿਸੀਲ ਆ, ਇੱਥੇ ਰੋਜ਼ ਕਿੰਨੀ ਕਰਪਸ਼ਨ ਹੁੰਦੀ ਹੈ, ਕਿਹਨੂੰ ਨਹੀਂ ਪਤਾ। ਇੱਥੇ ਬਕਾਇਦਾ ਤੌਰ ਤੇ ਰੇਟ ਵਧਿਆ ਵੀ ਇਹ ਰਜਿਸਟਰੀ ਦਾ ਇੰਨਾ ਰੇਟ। ਇੱਥੇ ਇੱਕ ਮਨਿੰਦਰਜੀਤ ਸਿੰਘ ਹੁੰਦਾ ਸੀ ਨਾਇਬ ਤਹਿਸੀਲਦਾਰ, ਇੱਕ ਤਹਿਸੀਲਦਾਰ ਸ਼ਹਿਰ, ਉਹ ਸਾਈਨ ਕਰਦਾ ਹੁੰਦਾ ਸੀ। ਜੇ ਕਿਤੇ ਮੇਰੇ ਵਰਗਾ ਬੰਦਾ ਚਲੇ ਗਿਆ, ਉੱਪਰ ਸਾਈਨ ਕਰਤੇ ਵੀ ਕੋਈ ਪੈਸਾ ਨਹੀਂ ਦੇਣਾ, ਜੇ ਸਾਈਨ ਤੇ ਕਰਤੇ ਤੇ ਪੈਸੇ ਲੈ ਲਓ, ਨਹੀਂ ਤੇ ਆਮ ਤੌਰ ਤੇ ਕਿਸੇ ਦੀ ਪਰਵਾਹ ਨਹੀਂ ਸੀ ਕਰਦਾ, ਉਹਨਾਂ ਜੋ ਕਰਨਾ ਕਰ ਲਓ, ਮੈਂ ਸਭ ਨੂੰ ਸਮਝ ਲਿਆ। ਤੇ ਰੈਵਨਿਊ ਡਿਪਾਰਟਮੈਂਟ ਇੱਕ ਅਜਿਹਾ ਡਿਪਾਰਟਮੈਂਟ ਜਦੋਂ ਵੀ ਕਿਤੇ ਲੋੜ ਪੈਂਦੀ ਉੱਥੇ ਤਹਿਸੀਲਦਾਰ ਦੀ, ਪਟਵਾਰੀ ਦੀ ਜਾਂ ਕਾਨੂੰਨੀ ਦੀ ਡਿਊਟੀ ਲੱਗਦੀ, ਭਾਈ ਫਲਾਣਾ ਇੱਥੇ ਅਫਸਰ ਆ ਰਿਹਾ ਤੇ ਉਹਦਾ ਪ੍ਰਬੰਧ ਕਰੋ ਜੀ, ਉਹ ਕਰਦੇ ਨੇ। ਪੰਜਾਬ ਸਰਕਾਰ ਕੋਲੇ ਕੋਈ ਹੌਸਪਿਟੈਲਿਟੀ ਡਿਪਾਰਟਮੈਂਟ ਨਹੀਂ ਹੈਗਾ। ਹੌਸਪਿਟੈਲਿਟੀ ਡਿਪਾਰਟਮੈਂਟ ਜੇ ਹੋਵੇ ਤਾਂ ਉਹਦੀ ਡਿਊਟੀ ਬਣਨੀ ਨਹੀਂ, ਜਦੋਂ ਕੋਈ ਬਾਹਰੋਂ ਬੰਦਾ ਵਿਅਕਤੀ ਹੁੰਦਾ, ਕੋਈ ਮਹਿਮਾਨ ਹੁੰਦਾ, ਉਹਦੀ ਪਹਿਲ ਸੇਵਾ ਕਰਨੀ, ਉਹਨੂੰ ਘੁਮਾਉਣਾ ਫਿਰਾਉਣਾ ਜੋ ਉਹ ਆਪਣੇ ਲੈਵਲ ਤੇ ਕਰੇ। ਉਹ ਫਿਰ ਰੈਵਨਿਊ ਡਿਪਾਰਟਮੈਂਟ ਦੇ ਲੋਕਾਂ ਦੀ ਡਿਊਟੀ ਲੱਗਦੀ ਹੈ, ਉਹ ਜਾਂਦੇ ਤੇ ਆਪਣੀ ਜੇਬ 'ਚ ਖਰਚ ਕਰਦੇ, ਜੇਬ 'ਚੋਂ ਨਹੀਂ, ਲੋਕਾਂ ਦੀਆਂ ਜੇਬਾਂ ਜਿਹੜੀਆਂ ਕੱਟੀਆਂ ਹੁੰਦੀਆਂ ਉਹਨਾਂ ਦੀ ਜੇਬ ਖਰਚ ਕਰਦੇ। ਇਸੇ ਕਰਕੇ ਉਹਨਾਂ ਨੇ ਜਿਹੜੀ ਆ ਆਪਣੀ ਕਾਰਵਾਈ ਮੈਂ ਸੋਚਦਾ ਵੀ ਠੀਕ ਹੀ ਕੀਤੀ। ਉਹ ਕਹਿੰਦੇ ਵੀ ਤੁਹਾਡਾ ਸਾਨੂੰ ਢਿੱਡ ਭਰਦੇ ਅਸੀਂ। ਜੇ ਉਹਨਾਂ ਨੂੰ ਪੁੱਛੋ, ਕਹਿੰਦੇ ਭਾਜੀ ਪੈਸੇ ਕੱਲੇ ਸਾਡੀ ਜੇਬ 'ਚ ਨਹੀਂ ਪੈਣੇ, ਇਹ ਬਕਾਇਦਾ ਤੌਰ ਤੇ ਥੱਲੋਂ ਲੈ ਕੇ ਉੱਪਰ ਤੱਕ ਜਿਹੜੀ ਆ ਪੋਸਟ ਵਾਈਜ਼ ਪੋਸਟ ਪੈਸੇ ਜਾਣੇ ਉੱਪਰ ਜੀ। ਇੱਕ ਇੱਥੇ ਵਿਅਕਤੀ ਸੀਗਾ ਪਹਿਲਾਂ ਫੜਿਆ ਗਿਆ ਇਸ ਤਰ੍ਹਾਂ ਰੈਵਨਿਊ ਡਿਪਾਰਟਮੈਂਟ ਦਾ, ਉਹਨੇ ਕਹਿਤਾ ਜੀ ਮੈਂ 1 ਕਰੋੜ ਰੁਪਇਆ DC ਨੂੰ ਦਿੰਦਾ ਹਰ ਮਹੀਨੇ ਜੀ। ਕਿੱਥੋਂ ਆਉਣਾ ਪੈਸਾ 1 ਕਰੋੜ ਰੁਪਇਆ DC?
ਉਹ ਬੰਦਾ ਅੰਦਰ ਰਿਹਾ, ਉਹਦੀ ਜ਼ਮਾਨਤ ਕਰਾਈ ਗਈ, ਬਾਅਦ ਚ ਉਹਨੂੰ ਬਰੀ ਕਰਾਇਆ ਗਿਆ, ਗਵਾਹ ਪਾਏ ਗਏ ਤੇ ਉਹਨੂੰ ਫਿਰ ਤਹਿਸੀਲਦਾਰ ਰਹਿ ਗਿਆ ਉੱਥੇ ਜੀ ਕਿ ਆਪਣਾ ਕੰਮ ਚਲਾਈ ਜਾ, ਤੈਨੂੰ ਕੋਈ ਨਹੀਂ ਪੁੱਛਦਾ। ਸਾਡਾ ਦਲਬੀਰ ਜੀ ਢਾਂਚਾ ਪੂਰਾ ਵਿਗੜ ਚੁੱਕਾ ਵਾ। ਜੇ ਬੰਦਾ ਹੀਰਾ ਫੇਰੀ ਕਰਨ ਫੜਿਆ ਗਿਆ ਤੇ ਸਾਡੀ ਸਬਜੈਕਟ ਦੀ ਵਿਰੋਧ ਕਰਨਾ ਵੀ ਇਹ ਗਲਤ ਬੰਦਾ ਵਾ ਜੀ। ਅਸੀਂ ਤਾਂ ਸਪੋਰਟ ਕਰਨ ਤੁਰ ਪਏ ਉਹਦੀ ਸਾਰੇ ਜਾਣੇ, ਅਸੀਂ ਸਪੋਰਟਰ ਵੀ ਇਹਨੇ ਜੋ ਕੀਤਾ ਠੀਕ ਹੈ, ਤੈਨੂੰ ਫੜਨ ਦਾ ਕੋਈ ਅਧਿਕਾਰ ਨਹੀਂ। ਬਿਲਕੁਲ ਸਹੀ। ਪੰਜਾਬ ਸਰਕਾਰ ਨੂੰ ਚਾਹੀਦਾ ਵਿਜੀਲੈਂਸ ਡਿਪਾਰਟਮੈਂਟ ਬਿਲਕੁਲ ਟੋਟਲੀ ਖਤਮ ਕਰ ਦੇ। ਇਹ ਚਿੱਟੇ ਹਾਥੀ ਨੇ ਕੰਮ ਕੋਈ ਕਰਦੇ ਨਹੀਂ, ਬੈਠੇ ਨੇ ਲੋਕਾਂ ਕੋਲੋਂ ਵੈਸੇ ਪੈਸੇ ਲਈ ਜਾਂਦੇ ਦਬਕੇ ਮਾਰ ਕੇ ਜੀ। ਇਹ ਬੰਦ ਹੀ ਕਰ ਦਿਓ, ਕੀ ਲੋੜ ਆ ਇਹਨਾਂ ਨੂੰ ਕਿਤੇ ਹੋਰ ਡਿਊਟੀ ਦੇ ਦਿੱਤੀ ਵੈਲਫੇਅਰ ਦੀ। ਇਹ ਸੜਕ ਤੇ ਖਲੋ ਕੇ ਟ੍ਰੈਫਿਕ ਰੋਕਣ ਕਿਉਂ ਲਾਏ ਤੁਸੀਂ ਇੱਥੇ? ਅੱਜ ਅਫਸੋਸ ਹੋਇਆ ਇਸ ਗੱਲ ਦਾ ਕਿ ਜੇ ਉਹ ਬੰਦਾ ਫੜਿਆ ਸੀ, ਰੈੱਡ ਹੈਂਡਡ ਫੜਿਆ ਸੀ, ਬਕਾਇਦਾ ਤੌਰ ਤੇ ਸ਼ਿਕਾਇਤ ਤੇ ਫੜਿਆ ਸੀ, ਉਹਦੀ ਰਿਕਾਰਡਿੰਗ ਉਹਨਾਂ ਦੇ ਕੋਲ ਹੈ, ਸਭ ਕੁਝ ਕੋਲ ਉਹਨਾਂ ਦੇ ਜੀ। ਲੇਕਿਨ ਜੇ ਫਿਰ ਵੀ ਸਰਕਾਰ ਝੁਕ ਗਈ ਆ ਤੇ ਮੈਂ ਸੋਚਦਾ ਵੀ ਸਰਕਾਰ ਨੂੰ ਸਰਕਾਰ ਵਿਖਾਉਣ ਦਾ ਕੋਈ ਅਧਿਕਾਰ ਨਹੀਂ ਰਹਿ ਗਿਆ ਜੀ। ਕਰਪਸ਼ਨ ਓਪਨ ਕਰ ਦਿਓ। 1988 ਦੇ ਵਿੱਚ ਇੱਥੇ ਹੜ੍ਹ ਆਏ ਜੀ। ਅਜਨਾਲਾ ਤਹਿਸੀਲ ਬਹੁਤ ਪ੍ਰਭਾਵਿਤ ਹੋਈ, ਕਰੋੜਾਂ ਰੁਪਏ ਉੱਥੇ ਜਿਹੜਾ ਸੀ ਮੁਆਵਜ਼ਾ ਆਇਆ ਲੋਕਾਂ ਨੂੰ ਦੇਣ ਵਾਸਤੇ, ਤੇ ਉੱਥੇ ਕਰੋੜਾਂ ਖਾਧਾ ਗਿਆ। ਤਤਕਾਲੀ ਡੀਐਸਪੀ ਤੇ ਐਸਡੀਐਮ ਦੀ ਅੱਜ ਵੀ ਪੜਤਾਲ ਕਰ ਲਓ, ਅੱਜ ਵੀ ਕਰ ਲਓ ਤੁਸੀਂ ਜੀ। ਅੱਜ ਵੀ ਲੈ ਕੇ ਚਾਰ ਮਾਰੋ ਛਿੱਤਰੇ ਨਾਲ ਤੇ ਤੁਹਾਨੂੰ ਦੱਸਣਗੇ ਪਟਾਕੇ ਨੂੰ ਬਦਲਣਗੇ ਕਿੰਨੇ ਦੇ ਪੈਸੇ ਬਣਦੇ ਸੀ। ਜੀ ਜੀ। ਇਸ ਕਰਕੇ ਜਦੋਂ ਰਾਜੀਵ ਗਾਂਧੀ ਹੋਰੀ ਪ੍ਰਧਾਨ ਮੰਤਰੀ ਸੀ ਉਹਨੇ ਇੰਨੀ ਗੱਲ ਕਹੀ ਸੀ ਅਸੀਂ 1 ਰੁਪਇਆ ਭੇਜਦੇ ਆ ਤੇ 15 ਪੈਸੇ ਕੋਈ ਨਹੀਂ। ਅੱਜ ਕੱਲ੍ਹ ਤੇ 15 ਪੈਸੇ ਵੀ ਨਹੀਂ ਥੱਲੇ ਪੁੱਜਦੇ ਜੀ। ਰਸਤੇ ਸਭ ਕੁਝ ਖਾਧਾ ਪੀਤਾ ਜਾਂਦਾ। ਇਸ ਕਰਕੇ ਰੈਵਨਿਊ ਡਿਪਾਰਟਮੈਂਟ ਨੂੰ ਅੱਜ ਤੋਂ ਛੋਟ ਆ, ਭਾਈ ਜੋ ਮਰਜ਼ੀ ਕਰੋ, ਜਿਹਨੂੰ ਮਰਜ਼ੀ ਲੁੱਟੋ, ਜੋ ਮਰਜ਼ੀ ਕਰੋ, ਤੁਹਾਨੂੰ ਕੋਈ ਨਹੀਂ ਪੁੱਛਦਾ। ਇਹ ਸਰਕਾਰ ਨੇ ਫਿਰ ਲਾਇਸੈਂਸ ਦਿੱਤਾ ਉਹਨਾਂ ਨੂੰ ਵੀ ਠੀਕ ਹੈ ਜੀ ਅਸੀਂ ਬੰਦਿਆਂ ਦੀ ਬਦਲੀ ਕਰਤੀ ਆ, ਇਹਨਾਂ ਤੁਹਾਨੂੰ ਫੜਿਆ ਕਿਉਂ? ਇਹਦਾ ਮਤਲਬ ਇਹੀ ਨਿਕਲਿਆ ਨਾ ਜੀ। ਇਸ ਕਰਕੇ ਸਰਕਾਰ ਸਰੈਂਡਰ ਕਰ ਗਈ ਹੈ, ਉਹ ਬੰਦੇ ਟ੍ਰਾਂਸਫਰ ਕਰ ਦਿੱਤੇ ਆ। ਕੱਲ ਨੂੰ ਉਹ ਬੰਦੇ ਦਾ ਕੇਸ ਵੀ ਵਾਪਸ ਲਿਆ ਜਾਊਗਾ, ਉਹਨੂੰ ਛੱਡ ਦਿੱਤਾ ਜਾਊਗਾ। ਫਿਰ ਕਿਉਂਕਿ ਤੈਨੂੰ ਲਾਇਸੈਂਸ ਦਿੱਤਾ, ਲੁੱਟਣ ਦਾ ਜੋ ਮਰਜ਼ੀ ਕਰੀ ਜਾਓ। ਇਹ ਸਾਡੀ ਹਾਲਤ ਹੈ ਸਾਡੇ ਸੂਬੇ ਦੀ। ਇੱਕ ਪਾਸੇ ਚੰਨੀ ਸਾਹਿਬ ਕਹਿੰਦੇ ਜੀ ਅਸੀਂ ਕਿਸੇ ਨੂੰ ਬਰਦਾਸ਼ਤ ਨਹੀਂ ਕਰਾਂਗੇ ਜੀ, ਅਸੀਂ ਰੇਤ ਨਹੀਂ ਬਲੈਕ ਵਿੱਚ ਦਿਆਂਗੇ, ਅਸੀਂ ਸ਼ਰਾਬ ਨਹੀਂ ਵਿਕਣ ਦਿਆਂਗੇ, ਅਸੀਂ ਕੋਈ ਟਰਾਂਸਪੋਰਟ ਮਾਫੀ ਨਹੀਂ ਦਿਆਂਗੇ। ਤੇ ਇਹ ਮਾਫੀਆ ਨਹੀਂ ਕੀ ਹੈ ਜੀ? ਬਿਲਕੁਲ, ਇਹ ਵੀ ਤਾਂ ਮਾਫੀਆ ਹੈਗਾ ਨਾ। ਇਸ ਕਰਕੇ ਸਰਕਾਰ ਨੂੰ ਚਾਹੀਦਾ ਕਿ ਇੱਕ ਹੌਸਪਿਟੈਲਿਟੀ ਡਿਪਾਰਟਮੈਂਟ ਖੜਾ ਕਰੇ, ਹਰ ਜ਼ਿਲ੍ਹੇ 'ਚ ਉਹਦਾ ਬੰਦੇ ਬੈਠੇ ਹੋਣ ਜਿਹੜੇ ਬਕਾਇਦਾ ਤੌਰ ਤੇ ਜਦੋਂ ਕੋਈ ਬਾਹਰੋਂ ਆਉਂਦਾ ਉਹਦੀ ਸੇਵਾ ਪਾਣੀ ਉਹ ਕਰਨ ਜੀ। ਇਹ ਨਾ ਮਾਲ ਵਿਭਾਗ ਦੇ ਅਧਿਕਾਰੀਆਂ ਦੇ ਪਾ ਦਿੱਤਾ ਜੀ। ਉਹ ਡੀਸੀ ਨੂੰ ਕਹਿੰਦੇ, ਡੀਸੀ ਕਿਤੇ ਤਹਿਸੀਲਦਾਰ ਨੂੰ ਕਹਿੰਦਾ, ਤਹਿਸੀਲਦਾਰ ਨਾਇਬ ਤਹਿਸੀਲਦਾਰ ਨੂੰ ਕਹਿੰਦਾ, ਨਾਇਬ ਤਹਿਸੀਲਦਾਰ ਡਿਸਟ੍ਰਿਕਟ ਨੂੰ ਲਿਆ ਵੀ ਪੈਸੇ ਆਪਾਂ ਅੱਜ ਦੇ ਜਿਹੜੇ ਪੈਸੇ ਦੇਣੇ ਆਪਾਂ ਉੱਥੇ ਜਾ ਕੇ ਉਹਨੂੰ ਰੋਟੀ ਖਵਾਉਣੀ ਆ, ਉਹਦੇ ਹੋਟਲ ਦਾ ਖਰਚਾ ਦੇਣਾ ਵਾ। ਇਸ ਕਰਕੇ ਉਹਨੂੰ ਆਪਣੀ ਜੇਬ ਤੋਂ ਨਹੀਂ ਦੇਣਾ। ਤੇ ਸਰਕਾਰ ਕਹਿ ਦੇਵੇ ਇੰਨੀ ਗੱਲ, ਮੈਂ ਨਾ ਐਲਾਨੀਆ ਤੌਰ ਤੇ ਕਹਿ ਦੇਣਾ ਚਾਹੀਦਾ। ਜੇ ਐਲਾਨੀਆ ਨਹੀਂ ਕਰਦੇ ਕਹਿ ਹੀ ਦਿੱਤਾ ਜੋ ਬੰਦੇ ਬਦਲੀ ਕਰ ਦਿੱਤੇ ਆ ਵੀ ਤੁਸੀਂ ਜੋ ਮਰਜ਼ੀ ਕਰੋ, ਤੁਹਾਨੂੰ ਮਾਲ ਵਿਭਾਗ ਨੂੰ ਕੋਈ ਨਹੀਂ ਪੁੱਛਦਾ ਜੀ। ਦੂਸਰੀ ਖਬਰ ਚੰਨੀ ਸਾਹਿਬ ਦੇ 25,000 ਦੇ ਨਾਮ ਨਾਲ ਜੁੜੀ ਹੋਈ ਹੈ ਜੀ। ਕਹਿੰਦੇ ਰੇਤ ਦੀਆਂ ਖੱਡਾਂ ਤੋਂ ਨਜਾਇਜ਼ ਮਾਈਨਿੰਗ ਦੀ ਜਿਹੜਾ ਵੀਡੀਓ ਦੇਊਗਾ ਉਹਨੂੰ 25,000 ਦੇਵਾਂਗੇ। ਚੰਨੀ ਸਾਹਿਬ ਦਾ ਇਹ ਐਲਾਨ ਆ ਜੀ, ਕਿਵੇਂ ਦੇਖਦੇ ਹੋ ਭੱਟੀ ਸਾਹਿਬ? ਦੇਖੋ ਜੀ, ਚੰਨੀ ਸਾਹਿਬ ਨੂੰ ਜਿਹੜਾ ਆਮ ਆਦਮੀ ਪਾਰਟੀ ਨੇ ਕਿਹਾ ਸੀ ਐਲਾਨਜੀਤ ਸਿੰਘ ਜੀ, ਉਹਨਾਂ ਜਵਾਬ ਦਿੱਤਾ ਸੀ ਮੈਂ ਵਿਸ਼ਵਾਸਜੀਤ ਸਿੰਘ, ਮੇਰੇ ਤੇ ਵਿਸ਼ਵਾਸ ਕਰੋ ਜੀ। ਵਿਸ਼ਵਾਸ ਤੇ ਲੋਕਾਂ ਨੇ ਬਹੁਤ ਕੀਤਾ ਸੀ। ਤੁਸੀਂ ਨਵੇਂ ਆਏ ਸੀ, 1 ਲੱਖ ਬੰਦਾ ਭਰਤੀ ਕਰ ਲਾਂਗੇ, ਇੰਨੇ ਪੱਕੇ ਕਰ ਦੇਂਗੇ। ਦੱਸੋ ਜੀ, ਲੱਖ ਬੰਦਾ ਭਰਤੀ ਕੀਤਾ? ਸਹੀ ਕਿਹਾ। ਲੱਖ ਨਹੀਂ, ਤੁਸੀਂ 10 ਭਰਤੀ ਕੀਤਾ। ਕੱਚੇ ਜਿਹੜੇ ਮੁਲਾਜ਼ਮ ਪੱਕੇ ਜੋ ਤੁਸੀਂ ਕੀਤੇ, ਇੰਨੀ ਥੋੜੀ ਮਿਹਰਬਾਨੀ ਕੀਤੀ ਵੀ ਕੱਚਿਆਂ ਨੂੰ ਪੱਕੇ ਕਰਤਾ, ਉਹ ਵੀ 36,000 ਨੂੰ। ਬਾਕੀ ਤੇ ਅੱਜ ਵੀ ਵਿਚਾਰੇ ਮਾਸਟਰ ਡਾਂਗਾ ਕਰਦੇ ਖਾਂਡੇ ਫਿਰਦੇ ਆ। ਬਿਲਕੁਲ। ਦਲਬੀਰ ਜੀ, ਫਰਾਂਸ ਦੇ ਵਿੱਚ ਇੱਕ ਮਾਸਟਰ ਦਾ ਚਲਾਨ ਹੋ ਗਿਆ, ਪੁਲਿਸ ਨੇ ਚਲਾਨ ਕਰ ਦਿੱਤਾ ਤੇ ਜਿਹੜੀ ਡੇਟ ਸੀ ਉਹਦੇ ਤੇ ਨਹੀਂ ਗਿਆ, ਤੇ ਉਹਨੇ ਜੱਜ ਨੇ ਵਾਰੰਟ ਜਾਰੀ ਕਰਕੇ ਬੰਦਾ ਫੜ ਕੇ ਲੈ ਕੇ ਜੀ। ਜਦੋਂ ਬੰਦਾ ਫੜ ਕੇ ਲਿਆ ਕੇ ਪੇਸ਼ ਕੀਤਾ ਗਿਆ ਜੱਜ ਤੇ, ਜੱਜ ਕਹਿੰਦਾ ਬਈ ਤੂੰ ਆਇਆ ਕਿਉਂ ਨਹੀਂ? ਕਹਿੰਦਾ ਜੀ ਸਾਡੇ ਸਕੂਲ ਦੇ ਕੰਮ ਬੜਾ ਸੀ ਤੇ ਮੈਂ ਨਹੀਂ ਆ ਸਕਦਾ। ਉਹ ਕਹਿੰਦਾ ਤੁਸੀਂ ਅਧਿਆਪਕ ਹੋ? ਕਹਿੰਦਾ ਹਾਂ ਮੈਂ ਟੀਚਰ ਹਾਂ ਜੀ। ਜੱਜ ਉੱਠ ਕੇ ਖੜਿਆ, ਸਲੂਟ ਮਾਰਿਆ ਉਹਨੂੰ ਜੀ। ਕਹਿੰਦਾ ਮਾਸਟਰ ਜੀ, ਟੀਚਰ ਮਹਾਰਾਜ ਤੁਹਾਡਾ ਪੜ੍ਹਾਇਆ ਹੋਇਆ, ਤੁਹਾਡੇ ਵਰਗੀਆਂ ਟੀਚਰ ਪੜ੍ਹਾਇਆ ਤੇ ਮੈਂ ਜੱਜ ਕੁਰਸੀ ਤੇ ਬੈਠਾ, ਤੁਹਾਡੇ ਅੱਜ ਚਲਾਨ ਸਭ ਮਾਫ, ਕੋਈ ਚਲਾਨ ਨਹੀਂ, ਜਾਓ ਕਰਨਗੇ ਜੀ। ਆਈ ਐਮ ਸੌਰੀ।
ਮੈਨੂੰ ਆਦੀ ਸੀ ਜਿਹੜੀ ਦੱਸ ਦਿੰਦੇ ਕਿ ਟੀਚਰ ਨੇ, ਕਿ ਮੈਂ ਤੁਹਾਨੂੰ ਇਹ ਬੁਲਾ ਲੈਂਦਾ, ਲੇਕਿਨ ਮੈਂ ਤੁਹਾਨੂੰ ਦੁਬਾਰਾ ਫਰੰਟ ਤੋਂ ਜਾਰੀ ਨਾ ਕਰਦਾ ਜੀ। ਇਹ ਆ ਸਤਿਕਾਰ ਟੀਚਰਾਂ ਦਾ। ਸਾਡੇ ਟੀਚਰਾਂ ਨੂੰ ਇੱਥੇ ਬਕਾਇਦਾ ਤੌਰ ਤੇ ਡਾਂਗਾਂ ਨਾਲ ਕੁੱਟਿਆ ਜਾਂਦਾ, ਜੀ। ਭਾਵੇਂ ਚੰਨੀ ਸਰਕਾਰ ਹੋਵੇ, ਭਾਵੇਂ ਕੈਪਟਨ ਹੋਵੇ, ਤੇ ਭਾਵੇਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਹੋਵੇ। ਇੱਥੇ ਉਹ ਸਾਡੀ ਜਿਹੜੀ ਪਨੀਰੀ ਆ, ਸਾਡੀ ਜਿਹੜੀ ਨਸਲ, ਉਹਦੀ ਬੁਨਿਆਦੀ ਤੌਰ ਤੇ ਉਹ ਤਿਆਰ ਕਰਦੇ ਨੇ ਜੀ। ਇਸ ਕਰਕੇ ਉਹਨਾਂ ਟੀਚਰ ਨੂੰ ਕੁੱਟਿਆ ਜਾਂਦਾ। ਚੰਨੀ ਸਾਹਿਬ, ਤੁਸੀਂ ਵਾਕਈ ਐਲਾਨਜੀਤ ਸਿੰਘ ਵਾਧੂ ਤੇ ਵਿਸ਼ਵਾਸਜੀਤ ਸਿੰਘ ਘੱਟ, ਤੇ ਮਿਹਰਬਾਨੀ ਕਰਕੇ ਐਲਾਨ ਉਹਨੇ ਕਿ ਕਰੋ ਜਿੰਨੇ ਕਰ ਸਕਦੇ ਹੋ। ਤੁਹਾਡੇ ਕੋਲ ਵੱਧ ਤੋਂ ਵੱਧ 20 ਦਿਨ ਸਮੇਂ, ਵੱਧ ਤੋਂ ਵੱਧ 20 ਦਿਨ ਦਾ ਸਮਾਂ ਹੋਏਗਾ ਜੀ। ਬਿਲਕੁਲ ਸਹੀ ਕਿਹਾ। 20 ਦਿਨ ਬਾਅਦ ਤੁਹਾਨੂੰ ਕਿਸੇ ਪੁੱਛਣਾ ਨਹੀਂ। ਔਰ ਤੁਹਾਡੇ ਬਠਿੰਡੇ ਦੀ ਗੱਲ ਆ ਜੀ, ਜੀ ਜੀ ਕੈਂਟ ਥਾਣੇ ਦੀ ਗੱਲ ਆ ਜੀ, ਅਪ੍ਰੈਲ ਮਹੀਨੇ ਦੀ ਗੱਲ ਆ, ਜੋ ਮੇਰੀ ਇਨਫੋਰਮੇਸ਼ਨ ਦੇ ਮੁਤਾਬਕ ਜੀ। ਉੱਥੇ ਜ਼ਮੀਨ ਦੀ ਕਿਸੇ ਨੇ ਰਜਿਸਟਰੀ ਕਰਾਈ 42 ਲੱਖ ਰੁਪਏ ਤਹਿਸੀਲਦਾਰ ਨੂੰ ਦੇ ਕੇ। ਜੀ। ਉਹ ਜ਼ਮੀਨ ਜਿਹੜੇ ਉੱਥੇ ਜਿਹੜੇ ਫੌਜੀ ਆ ਗਏ, ਡਿਫੈਂਸ ਜ਼ਮੀਨ ਸਾਡੀ ਆ, ਕਹਿੰਦੇ ਕੋਈ ਰਜਿਸਟਰੀ ਆ, ਕਹਿੰਦਾ ਰਜਿਸਟਰੀ ਹੋਊਗੀ ਤੁਹਾਡੇ ਕੋਲ, ਜ਼ਮੀਨ ਸਾਡੀ ਡਿਫੈਂਸ ਦੀ ਆ, ਸਾਡੀ ਆ ਲਾਗੇ ਤੜੀ ਆਪਣੀ ਹੈਗੀ ਆ, ਸਾਡੀ ਜਿਹੜੀ ਛਾਉਣੀ ਹੈਗੀ ਉਹਦੀ ਜ਼ਮੀਨ ਹੈਗੀ ਆ ਜੀ। ਉਹਨਾਂ ਦੇ ਪਿੱਛੇ ਇੱਕ ਬੜੇ ਵੱਡੇ ਮੰਤਰੀ ਦਾ ਰਿਸ਼ਤੇਦਾਰ ਖੜਾ ਹੈ ਜੀ। ਉਹ ਫੌਜੀ ਚੁੱਕ ਕੇ ਥਾਣੇ ਲੈ ਗਏ। ਥਾਣੇ ਜਾ ਕੇ ਫੌਜੀਆਂ ਨੂੰ ਛੱਤਪੇਟ ਵੀ ਕਰਤੀ ਵੀ ਤੁਸੀਂ ਕਿੱਥੇ ਆ ਕੇ ਫੜਕੰਦਰ ਦੇ ਉੱਤੇ। ਜੀ। ਜਦੋਂ ਆਰਮੀ ਹੈਡਕੁਆਟਰ ਤੇ ਪਤਾ ਲੱਗਾ ਤਾਂ ਫਿਰ ਉੱਥੋਂ ਮੇਜਰ ਜਿਹੜੇ ਸੀ, ਉਹ ਤੁਹਾਡੇ ਕੈਪਟਨ ਸੀ ਜਿਹੜੇ, ਉਹ ਆ ਗਏ ਆਪਣੀਆਂ ਬੰਦੂਕਾਂ ਵੀੜ ਕੇ ਕਾਰਾਂ ਗੱਡੀਆਂ ਦੇ ਉੱਤੇ, ਤੇ ਜਿਹੜੇ ਥਾਣੇ ਵਾਲੇ ਸੀ ਪਿਛਲੇ ਪਾਸੇ ਸਾਰਾ ਥਾਣਾ ਖਾਲੀ ਸਾਰੇ ਭੱਜ ਗਏ ਜੀ। 3 ਦਿਨ ਉਸ ਥਾਣੇ ਤੇ ਕਬਜ਼ਾ ਜਿਹੜਾ ਸੀ ਆਰਮੀ ਨੇ ਰਿਹਾ, ਕਿਸੇ ਜ਼ਰੂਰਤ ਨਹੀਂ ਪਈ ਜਾ ਕੇ ਉੱਥੇ ਖਲੋ ਜਾਵੇ ਜੀ। ਉਹਦੀ ਜ਼ਮੀਨ ਸੀ ਕਰੀਬ ਉੱਥੇ 100 ਦੁਕਾਨਾਂ ਬਣੀਆਂ ਸੀ, ਉਹ ਘੱਟੋ ਘੱਟ 150 ਕਰੋੜ ਰੁਪਏ ਦੀ ਜ਼ਮੀਨ ਸੀਗੀ ਜਿਹੜੀਆਂ ਉੱਥੇ ਇੱਟਾਂ ਅੱਜ ਵੀ ਇਹਨਾਂ ਨੂੰ ਵਿਖਾਈ ਦਿੰਦੀਆਂ, ਅੱਜ ਵੀ ਵਿਖਾਉਂਦੀ ਛਾਦੀ ਭਰਦੀ ਆ ਵੀ ਵਾਕਿਆ ਇੱਥੇ ਕਬਜ਼ਾ ਕਰਨ ਵਾਸਤੇ ਰੇਤ ਦੇ ਢੇਰ ਪਏ ਨੇ, ਉੱਥੇ ਬੱਜਰੀ ਪਈ ਹੈ, ਉੱਥੇ ਵੇਖਣ ਲਈ ਜਾ ਕੇ ਵੇਖੀ ਜਾ ਸਕਦੀ ਅੱਜ ਵੀ। ਜੀ। ਪੁੱਛੋ ਕੌਣ ਸੀ ਪਿੱਛੇ, ਕਿਹੜੇ ਮੰਤਰੀ ਦਾ ਰਿਸ਼ਤੇਦਾਰ ਸੀਗਾ? ਬਿਲਕੁਲ। ਉਹ ਮੰਤਰੀ ਜਿਨ੍ਹਾਂ ਕੋਲ ਇੱਕੋ ਹੀ ਕੰਮ ਆ, ਉਹ ਭਾਈ ਮੇਰੇ ਕੋਲ ਨਾ ਆਇਓ, ਖਜ਼ਾਨਾ ਖਾਲੀ ਹੈ ਜੀ। ਉਹਨਾਂ ਦਾ ਇੰਨਾ ਕੰਮ ਬਸ ਕਹਿਣਾ, ਬਾਕੀ ਕੁਛ ਹੀ ਤਨਖਾਹ ਨੂੰ ਇਸੇ ਗੱਲ ਦੀ ਮਿਲਦੀ, ਕਿਸੇ ਦੀ ਮਿਲਦੀ। ਤੇ ਇਹ ਰੁਕਾ ਪਾਉਣਾ ਵੀ ਜੀ ਮੈਂ ਬੜਾ ਇਮਾਨਦਾਰ, ਮੇਰੇ ਵਰਗਾ ਇਮਾਨਦਾਰ ਕੋਈ ਨਹੀਂ। ਮੇਰਾ ਤਾਇਆ ਕਰਪਟ ਸੀ, ਮੇਰਾ ਭਰਾ ਕਰਪਟ ਸੀ, ਉਹਨਾਂ ਦਾ ਕਰਪਟ ਸੀ। ਇਸ ਕਰਕੇ ਰੈਵਨਿਊ ਡਿਪਾਰਟਮੈਂਟ ਨੇ 42 ਲੱਖ ਰੁਪਇਆ ਲਿਆ, ਹੁਣ ਉਹਦੇ ਕੋਲ 42 ਲੱਖ ਵਾਪਸ ਕਰਨਗੇ। ਭਾਈ ਰਜਿਸਟਰੀ ਕੈਂਸਲ ਕਰਦੇ, ਪੈਸੇ ਦੇ ਵਾਪਸ ਕਰਦੇ। 42 ਲੱਖ ਰੁਪਇਆ ਪਾਰਟੀ ਕੋਲ ਰਜਿਸਟਰੀ ਕਰਨਾ ਦਿੰਦੇ ਲੋਕ। ਤੇ ਚੰਨੀ ਸਾਹਿਬ ਨੇ ਅੱਜ ਉਹਨਾਂ ਦਾ ਦੋਵਾਂ ਦਾ ਤਬਾਦਲਾ ਕਰਕੇ ਇਹਨਾਂ ਨੂੰ ਜਿਹੜਾ ਕਨਫਰਮ ਕਰਦਾ ਵੀ ਤੁਹਾਡਾ ਅਧਿਕਾਰ ਹੈ ਰਿਸ਼ਵਤ ਦੇਣਾ, ਤੁਹਾਨੂੰ ਕੋਈ ਨਹੀਂ ਰੋਕੇਗਾ। ਹੁਣ ਆਉਣ ਵਾਲੇ ਸਮੇਂ 'ਚ ਵੇਖੋ ਇਹ ਬੰਦ ਹੁੰਦੀ ਜ਼ਮੀਨ ਜੀ। ਜੀ। ਕਿਸਾਨ ਮੋਰਚੇ ਦਾ ਰੁਖ ਕਰਦੇ ਆ ਜੀ। ਕਿਸਾਨ ਮੋਰਚਾ ਜਿਹੜਾ ਆਪਣਾ ਸਮਾਨ ਸਮੇਟਣਾ ਸ਼ੁਰੂ ਕਰਤਾ, ਉਹਨੇ ਪੱਕੇ ਮਕਾਨ ਵੀ ਢਾਏ ਜਾ ਰਹੇ ਹੈ। ਸਿੰਘੂ ਬਾਰਡਰ ਤੋਂ, ਸਿੰਘੂ ਦੇ ਮੋਰਚੇ ਤੋਂ ਕੀ ਅਪਡੇਟਸ ਨੇ ਜੀ? ਸਿੰਘੂ ਤੋਂ ਕਿਸਾਨ ਬਕਾਇਦਾ ਤੌਰ ਤੇ ਜਿਹੜੇ ਉਹਨਾਂ ਨੇ ਪੱਕੇ ਮਕਾਨ ਬਣਾ ਲਏ ਸੀ, ਪੱਕੇ ਉੱਥੇ ਆਪਣੇ ਸਾਰੇ ਕੰਮ ਕਰ ਲਏ ਸੀ, ਪਤਾ ਨਹੀਂ 2 ਸਾਲ ਰਹਿਣਾ ਕਿ 3 ਸਾਲ ਰਹਿਣਾ ਕਿ 4 ਸਾਲ ਰਹਿਣਾ ਜੀ। ਸਰਕਾਰ ਇਸੇ ਗੱਲ ਤੋਂ ਦੁਖੀ ਸੀ। ਕਈ ਇਹਨਾਂ ਦੇ ਬੀਜੇਪੀ ਦੇ ਆਗੂ ਕਹਿੰਦੇ ਵੀ ਸੀ ਵੇਖੋ ਜੀ ਪੱਕੇ ਮਕਾਨ ਬਣਾ ਲਏ, ਵਿੱਚ AC ਲਾ ਲਏ, ਵਿੱਚ ਕੂਲਰ ਲਾ ਲਏ, ਵਿੱਚ ਸਾਰੇ TV ਲਾ ਲਏ, ਕਿਹੜਾ ਕੰਮ ਨਹੀਂ ਕੀਤਾ ਇਹਨਾਂ ਨੇ ਜੀ। ਇਹ ਤੇ ਅਮੀਰ ਕਿਸਾਨਾਂ ਨੂੰ ਕਹਿੰਦਾ ਦੁੱਖ ਜੀ। ਇਹ ਤੇ ਖਾਮਖਾ ਸਰਕਾਰ ਨੂੰ ਬਦਨਾਮ ਕਰਨ ਵਾਸਤੇ ਬੈਠੇ ਆ। ਲੇਕਿਨ ਅੱਜ ਬਕਾਇਦਾ ਤੌਰ ਤੇ ਉਹ ਕਿਸਾਨ ਜਿਹੜੇ ਆ, ਉਹਨਾਂ ਨੇ ਆਪਣੇ ਜਿਹੜੇ ਉਹ ਮਕਾਨ ਵੀ ਢਾਉਣੇ ਸ਼ੁਰੂ ਕਰਤੇ, ਆਪਣਾ ਸਮਾਨ ਵੀ ਸਮੇਟਣਾ ਸ਼ੁਰੂ ਕਰਤਾ। ਤੇ ਉਹਨਾਂ ਦੀਆਂ ਇੱਟਾਂ ਲੈ ਕੇ ਜਾ ਰਹੇ ਆ ਨਾ, ਇਹ ਸਾਡੀਆਂ ਇਤਿਹਾਸਿਕ ਇੱਟਾਂ ਹੋਣਗੀਆਂ ਕਿਸੇ ਧਾਰਮਿਕ ਸਥਾਨ ਤੇ, ਕਿਸੇ ਸਕੂਲ ਤੇ, ਕਿਸੇ ਸਾਂਝੇ ਕੰਮ ਵਾਸਤੇ ਜਿਹੜੀ ਆ ਉਹ ਧਰਮ ਕਰਨ ਵਾਸਤੇ ਲਾਈਆਂ ਜਾਣਗੀਆਂ ਜੀ। ਜਾਂ ਗਰੀਬਾਂ ਦੀ ਕਲੋਨੀ ਵੀ ਜਾ ਕੇ ਉਹਨਾਂ ਨੂੰ ਟਿਕਟ ਜਾਣਗੇ, ਉਹਨਾਂ ਨੂੰ ਮਕਾਨ ਬਣਾ ਕੇ ਦਿੱਤੇ ਜਾਣਗੇ, ਚੰਗੀ ਗੱਲ। ਤੇ ਕੁਝ ਹੋਰ ਗਰੀਬ ਲੋਕ ਵੀ ਉੱਥੇ ਆ ਰਹੇ, ਉਹਨਾਂ ਨੂੰ ਸਮਾਨ ਵੰਡਿਆ ਜਾ ਰਿਹਾ। ਭਾਈ ਜਿਹਨੂੰ ਲੋੜ ਆ ਉਹ ਲੈ ਕੇ ਜਾਓ, ਦੂਜਾ ਨਾ ਖੜਿਓ ਜੀ। ਉੱਥੇ ਬਕਾਇਦਾ ਤੌਰ ਤੇ ਪਾਰਕ ਬਣਾਤੇ ਸੀ, ਇੱਕ ਵਧੀਆ ਘੋੜੀ ਹਵੇਲੀ ਬਣਾਤੀ ਸੀ, ਕਿਹੜਾ ਕਿ ਪੂਰਾ ਉੱਥੇ ਇੱਕ ਪਿੰਡ ਵਸਾਤਾ ਸੀ ਉਹਨਾਂ ਨੇ ਜੀ। ਤੁਹਾਨੂੰ ਪਤਾ ਹੋਏਗਾ ਉਹਨਾਂ ਨੇ 4-4 5-5 ਘਰ ਬਣਾ ਕੇ ਵੱਖੋ ਵੱਖਰੇ ਪਿੰਡਾਂ ਦੇ ਨਾਂ ਰੱਖੇ ਸੀ। ਇਹਦਾ ਨਾਂ ਪਿੰਡ ਇਹ ਹੈ, ਇਹਦਾ ਪਿੰਡ ਇਹ ਹੈ, ਵੱਖੋ ਨਾਂ ਰੱਖੇ ਸੀ ਪਿੰਡਾਂ ਦੇ। ਬਿਲਕੁਲ ਜੀ। ਜਿਹੜੀ ਸੜਕ ਦੇ ਵਿੱਚ ਕਹਿੰਦੇ ਦੁਆਲੇ ਜਗ੍ਹਾ ਛੱਡੀ ਹੁੰਦੀ ਆ
ਗ੍ਰੀਨ ਬੈਲਟ ਲਈ, ਉੱਥੇ ਵੀ ਇਹਨਾਂ ਨੇ ਸਬਜ਼ੀਆਂ ਬੀਜ ਲਈਆਂ ਸੀ। ਨਹੀਂ ਬਿਲਕੁਲ ਬੀਜੀ ਦੀ ਕੋਈ ਸ਼ੱਕ ਵਾਲੀ ਗੱਲ ਨਹੀਂ, ਸਭ ਕੁਝ ਕੀਤਾ ਹੀ ਉੱਥੇ ਉਹਨਾਂ ਨੇ। ਬਿਲਕੁਲ। ਇਸ ਕਰਕੇ ਹੁਣ ਉਹਨਾਂ ਦੀ ਇਹ ਡਿਊਟੀ ਬਣਦੀ ਹੈ ਵੀ ਭਾਈ ਕੋਈ ਕਿਸੇ ਨੂੰ ਕਵੇ ਕੁਛ ਨਾ, ਸਭ ਪੂਰਾ ਸਮੇਟ ਕੇ ਜਿੱਦਾਂ ਤੁਹਾਨੂੰ ਮਿਲੀ ਸੀ ਸੜਕ ਉਸੇ ਤਰ੍ਹਾਂ ਵਾਪਸ ਦਿਓ। ਬਿਲਕੁਲ ਜੀ, ਬਹੁਤ ਖੂਬ। ਡਾਕਟਰ ਸਵੇ ਮਾਨ ਸਿੰਘ ਜਿਹੜੇ ਅਮਰੀਕਾ ਤੋਂ ਆ ਕੇ 1 ਸਾਲ ਤੋਂ ਸੇਵਾ ਕਰਦੇ, ਉਹਨਾਂ ਨੂੰ ਮੇਰੇ ਸਾਥੀ ਨੇ ਕਿ ਤੁਹਾਡਾ ਅਸੀਂ ਪਾਸਪੋਰਟ ਪਾ ਦੇਣਾ, ਤੁਹਾਨੂੰ ਵਾਪਸ ਨਹੀਂ ਜਾਣ ਦੇਣਾ, ਤੁਸੀਂ ਇੰਨੇ ਪਿਆਰ से ਦਿੱਤਾ ਜੀ। ਉੱਥੋਂ ਦੇ ਗਰੀਬ ਲੋਕ ਰੋਂਦੇ ਨੇ, ਅੱਜ ਰੋਂਦੇ, कोई शक नहीं थी कि सरदार जी आप वापस जा रहे हो, आपने इतना हमारे को मोहब्बत दी, इतना प्यार दिया, हमारे बच्चों को फ्री पढ़ाया, आपने स्कूल खोले छोटा लेकर जी, लाइब्रेरी खोली थी, डिस्पेंसरी खोली थी, डॉक्टर होना दवाइयां देना सी बकाया तौर पर फ्री सब कुछ। गरीबा की किसी इलाज करो जी, साढ़े लोगों ने फ्री पैसे दे के इलाज कराता होता, चल भी तू जो इलाज कर दे कोई पैसे नहीं देंगे। एक भाईचारक नवा हरियाणा पंजाब खुल गया सी पट्टी साहब। ਪਹਿਲੀ ਗੱਲ ਤੇ ਆ ਜੀ 2-3 ਸਟੇਟਾਂ ਦੇ ਲੋਕ ਉੱਥੇ ਬੈਠੇ ਸੀ, ਉਹਦਾ ਆਪਸੀ ਭਾਈਚਾਰਾ ਇੰਨਾ ਮਜ਼ਬੂਤ ਹੋ ਗਿਆ ਸੀ, ਇਹਦੇ ਨੇੜੇ ਚਲੇ ਗਏ ਸੀ, ਉਹ ਵੀ ਰੋ ਰਹੇ ਨੇ ਅੱਜ, ਅੱਖਾਂ ਚੱਲੂ ਨੇ, ਜਿੱਤਦੇ ਜੂ ਨੇ, ਖੁਸ਼ੀ ਦੇ ਜੂ ਨੇ, ਲੇਕਿਨ ਵਿਛੋੜਾ ਵੀ ਬਰਦਾਸ਼ਤ ਨਹੀਂ ਹੁੰਦਾ। ਕੁਛ ਲੋਕ ਕੱਲ ਜਿਹੜਾ ਫਤਿਹ ਮਾਰਚ ਤੇ ਆ ਜਾਏਗਾ, ਲੇਕਿਨ ਅਜੇ ਤੱਕ ਘੱਟੋ ਘੱਟ 10 ਦਿਨ ਲੱਗਣਗੇ ਉੱਥੇ ਉਹਨਾਂ ਨੂੰ, ਜਿਹੜੇ ਬਾਕੀ ਬੰਦੇ ਟੀਮ ਰਹਿ ਜਾਏਗੀ ਨਾ 25-30 ਬੰਦਿਆਂ ਦੀ, ਜੀ ਜੀ, ਉਹ ਪੂਰੀ ਦੀ ਪੂਰੀ ਸਫਾਈ ਕਰਕੇ ਕੋਈ ਕਿੱਲ ਕਾਂਡਾ ਕਿਤੇ ਰਹਿ ਨਾ ਜਾਵੇ ਜਿਹੜਾ ਕਿਸੇ ਨੂੰ ਨੁਕਸਾਨ ਪਹੁੰਚਾਵੇ। ਇਸ ਕਰਕੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਨੇ ਉਹ ਟੀਮਾਂ ਬਣਾਤੀਆਂ ਨੇ, ਭਾਈ ਤੁਸੀਂ ਇੰਨੀ ਸਫਾਈ ਕਰਨੀ, ਤੁਸੀਂ ਇੰਨੀ ਸਫਾਈ ਕਰਨੀ, ਆਪਣੀ ਸਫਾਈ ਕਰਕੇ ਫਿਰ ਹੋਣਾ ਜੀ। ਇੱਥੋਂ ਤੱਕ ਜੇ ਕਿਸੇ ਦੁਕਾਨਦਾਰ ਦੇ ਕੋਈ ਪੈਸੇ ਦੇਣੇ ਭੁੱਲ ਗਿਆ ਤੇ ਪੁੱਛਣਗੇ ਦੁਕਾਨਦਾਰ ਨੂੰ, ਭਾਈ ਤੇਰਾ ਕੋਈ ਪੈਸਾ ਦੇਣਾ ਤਾਂ ਨਹੀਂਗਾ, ਉਹਦੇ ਪੈਸੇ ਵੀ ਦੇ ਕੇ ਆਉਣਗੇ ਬਕਾਇਆ ਤੌਰ ਤੇ, ਭਾਈ ਕਿਸੇ ਦੇ ਪੈਸੇ ਨਹੀਂ ਲੈ ਕੇ ਜਾਣਾ ਜੀ ਜੀ। ਬਿਲਕੁਲ। ਡਾਕਟਰ ਨੈਣੇ ਕੋਲੋਂ ਪੁੱਛਗਿੱਛ ਲਈ ਸਿੱਟ ਟੀਮ ਸਰਸਾ ਡੇਰੇ ਜਾਂਦੀ ਹੈ ਜੀ, ਉੱਥੋਂ ਕੀ ਜਾਣਕਾਰੀ ਫਿਰ ਹਾਸਲ ਹੋਈ? ਡਾਕਟਰ ਪ੍ਰਿਥਵੀ ਰਾਜ ਜਿਹੜੇ ਨੈਣ ਹੈ ਜੀ, ਇਹ ਬਕਾਇਦਾ ਤੌਰ ਤੇ ਜਿਹੜਾ ਸਿਰਸੇ ਦਾ ਡੇਰਾ ਵਾ ਸੌਦਾ ਸੱਚੇ ਸੌਦੇਦਾਰ, ਉਹਦੇ ਸੀਨੀਅਰ ਡਿਪਟੀ ਚੇਅਰਮੈਨ ਨੇ। ਇਹਨਾਂ ਦੀ 71 ਸਾਲ ਦੀ ਉਮਰ ਹੈ ਤੇ ਜਦੋਂ ਬਕਾਇਦਾ ਤੌਰ ਤੇ ਸਮਾਰੀਆ ਜੇਲ੍ਹ ਦੇ ਵਿੱਚ ਸਿੱਟ ਗਈ ਆ ਬਾਬੇ ਰਾਮ ਰਹੀਮ ਨੂੰ ਪੁੱਛ ਪੜਤਾਲ ਕਰਨ ਵਾਸਤੇ, ਤੇ ਉਹਨੇ ਕਹਿਤਾ ਜੀ ਮੈਨੂੰ ਕੁਛ ਨਹੀਂ ਪਤਾ, ਤਾਂ ਕਿ ਮੈਨੇਜਮੈਂਟ ਨੂੰ ਪੁੱਛੋ ਦੇ ਬਾਰੇ ਜੋ ਤੁਸੀਂ ਮੈਨੂੰ ਪੁੱਛ ਰਹੇ ਜੀ। ਹੁਣ ਸਿੱਟ ਦੀ ਇੱਕ ਡਿਊਟੀ ਬਣਦੀ ਸੀ, ਕੇਅਰ ਪਰਸਨ ਉੱਥੇ ਵਿਪਾਸਨਾ ਇਨਸਾਨ ਜੀ, ਜਿਹੜੀ ਪਹਿਲਾਂ 1 ਸਾਲ ਤੇ ਲਗਭਗ ਗਾਇਬ ਹੀ ਰਹੀ, ਮੁੜ ਕੇ ਜੇ ਆਈ ਵੀ ਤੇ ਹੁਣ ਵੀ ਪਤਾ ਨਹੀਂ ਉਹ ਕਿੱਥੇ ਨਹੀਂ ਹੈ ਜੀ। ਡੇਰੇ 'ਚ ਬਕਾਇਦਾ ਤੌਰ ਤੇ ਇੱਕ ਟੀਮ ਗਈ ਸਿੱਟ ਦੀ, ਤੇ ਸਿੱਟ ਨੂੰ ਕਹਿਤਾ ਜੀ ਡਾਕਟਰ ਨੈਣ ਬਿਮਾਰ ਨੇ, ਵਿਪਾਸਨਾ ਬਿਮਾਰ ਹੈ, ਉਹਦਾ ਪਤਾ ਨਹੀਂ ਕਿੱਥੇ ਸੀ, ਪਤਾ ਕਰਕੇ ਤੁਸੀਂ ਆ ਜਾਓ ਡੇਰੇ 'ਚ, ਤੁਹਾਨੂੰ ਮਿਲਾ ਦਿਆਂਗੇ ਜੀ। ਇਸੇ ਮੰਚ ਤੇ ਮੈਂ ਕਸ਼ਦ ਗੱਲ ਕੀਤੀ, ਮੈਨੂੰ ਯਾਦ ਨਹੀਂ ਮੈਨੂੰ ਕਿੱਥੇ ਕੀਤੀ ਸੀ ਗੱਲ, ਮੈਂ ਗੱਲ ਕੀਤੀ ਸੀ ਕਿ ਇਹ ਲੋਕ ਜਿਹੜੇ ਸਿੱਟ ਦੇ ਵਾਰੰਟ ਜਾਰੀ ਹੋਏ ਨਾ, ਸੰਮਨ ਜਾਰੀ ਹੋਇਆ, ਉਦੋਂ ਪਹਿਲਾਂ ਬਕਾਇਦਾ ਤੌਰ ਤੇ ਹਾਈ ਕੋਰਟ ਜਾਣਗੇ ਜੀ। ਬਕਾਇਦਾ ਤੌਰ ਤੇ ਡਾਕਟਰ ਨੈਣ ਜਿਹੜੇ ਹਾਈ ਕੋਰਟ ਗਏ ਨੇ, ਹਾਈ ਕੋਰਟ ਨੇ ਉਹਨੂੰ ਕਿਹਾ ਵੀ ਦੇਖੋ ਜੇ ਇਹਨਾਂ ਮੈਨੂੰ ਗ੍ਰਿਫਤਾਰ ਕਰਨਾ ਤੇ ਘੱਟੋ ਘੱਟ 7 ਦਿਨ ਦਾ ਪਹਿਲਾਂ ਨੋਟਿਸ ਦੇਣ ਮੈਨੂੰ ਜੀ। ਲੇਕਿਨ ਉਹਨਾਂ ਦੇ ਵਕੀਲ ਨੇ ਕਿਹਾ, ਜਿਹੜੇ ਸਰਕਾਰੀ ਵਕੀਲ ਸਾਡੇ ਪਟਵਾਲੀਆ ਸਾਹਿਬ ਸੀ, ਉਹਨੇ ਇੰਨੀ ਗੱਲ ਕਹੀ ਜੀ ਇਹਨਾਂ ਨੂੰ ਐਜ ਏ ਗਵਾਹ ਪੁੱਛ ਪੜਤਾਲ ਕਰਨੀ ਆ, ਐਜ ਏ ਦੋਸ਼ੀ ਨੇ ਜਿਸ ਸ਼ਾਮਲ ਨਹੀਂ ਜੀ। ਇਸ ਕਰਕੇ ਉਹਨਾਂ ਨੇ ਹਾਈ ਕੋਰਟ ਨੇ ਆਦੇਸ਼ ਦਿੱਤਾ ਵੀ ਭਾਈ ਤੁਸੀਂ ਡਾਕਟਰ ਨੈਣ ਦੀ ਉਮਰ ਜਿਹੜੀ 71 ਸਾਲ ਤੇ 65 ਸਾਲ ਤੋਂ ਉੱਪਰ ਜਿਹੜੇ ਵਿਅਕਤੀ ਉਹਨੂੰ ਤੁਸੀਂ ਆਪਣੇ ਕੋਲ ਨਹੀਂ ਦੱਸ ਸਕਦੇ, ਤੁਸੀਂ ਪੁੱਛ ਪੜਤਾਲ ਕਰਨੀ ਆ ਤੇ ਜਾ ਕੇ ਬਕਾਇਦਾ ਡੇਰੇ 'ਚ ਕਰੋ ਜੀ। ਹੁਣ ਇਹ ਬਿਮਾਰ ਹੋਣ ਦੀ ਹਾਲਤ ਦੇ ਵਿੱਚ ਵੀ ਜਦੋਂ ਕੋਰਟ ਨੇ ਕਹਿ ਦਿੱਤਾ ਕਿ ਤੁਹਾਨੂੰ ਗ੍ਰਿਫਤਾਰ ਨਹੀਂ ਕਰ ਸਕਦੇ, 7 ਦਿਨ ਦਾ ਨੋਟਿਸ ਦੇਣਾ ਪਊਗਾ, ਉਹ ਬਾਅਦ ਦੀਆਂ ਗੱਲਾਂ ਵਾ। ਇਸ ਕਰਕੇ ਹੁਣ ਫਿਰ ਟੀਮ ਜਾਏਗੀ ਬਕਾਇਦਾ ਤੌਰ ਤੇ ਉਹਨਾਂ ਨੂੰ ਪੁੱਛ ਪੜਤਾਲ ਕਰਕੇ ਆਏਗੀ, ਦੱਸੋ ਜੀ ਤੁਸੀਂ ਇਹ ਸਵਾਲਾਂ ਦੇ ਜਵਾਬ ਦਿਓ। ਅਜੇ ਵਿਪਾਸਨਾ ਇਨਸਾਨ ਮਿਲਦੀ ਹੈ ਜਾਂ ਨਹੀਂ ਮਿਲਦੀ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ, ਕਿ ਡੇਰੇ ਵਾਲੇ ਕਹਿੰਦੇ ਸਾਨੂੰ ਆਪ ਨਹੀਂ ਪਤਾ ਉਹ ਕਿੱਥੇ ਜੀ ਜੀ। ਡਰੱਗ ਕੇਸ 'ਚ ਇੱਕ ਜੱਜ ਦੇ ਛੁੱਟੀ ਜਾਣ ਤੋਂ ਬਾਅਦ ਸੁਣਵਾਈ ਟਲ ਗਈ ਆ, ਤੇ ਅਗਲੀ ਸੁਣਵਾਈ ਜਿਹੜੀ ਆ ਉਹ 11 ਜਨਵਰੀ ਨੂੰ ਪੱਟੀ ਸਾਹਿਬ ਕਹਿੰਦੇ ਆ। ਇਨਸਾਫ ਮਿਲਣ ਦੀ ਆਸ ਘਟਦੀ ਨਹੀਂ ਜਾ ਰਹੀ? ਬਿਲਕੁਲ ਜੀ, ਆਪਾਂ ਇਸੇ ਮੰਚ ਤੇ ਵੀ ਗੱਲਬਾਤ ਕੀਤੀ ਸੀ, ਡਿਸਕਸ ਕੀਤਾ ਸੀ ਇੱਕ ਦਿਨ, ਮੈਨੂੰ ਯਾਦ ਆਪਾਂ ਕਿਹਾ ਸੀ ਕਿ ਇਸ ਕੇਸ ਦੇ ਵਿੱਚ ਇਹ ਲੰਮਾ ਪਾਇਆ ਜਾਵੇ ਜੀ। ਪਹਿਲੀ ਗੱਲ ਤੇ ਇਹ ਆ ਵੀ ਮੁੱਖ ਮੰਤਰੀ ਸਾਹਿਬ ਇਹ ਗੱਲ ਕਹਿ ਰਹੇ ਨੇ
ਕਿ ਜਿਹੜੀ ਰਿਪੋਰਟ ਸਬਮਿਟ ਕੀਤੀ ਆ ਉਹਦੀ ਇੱਕ ਕਾਪੀ ਜਿਹੜੀ ਫਾਈਲ ਬਣਾਈ ਸੀ ਉਹ ਕੈਪਟਨ ਤੇ ਬਾਦਲ ਨੇ ਰਫਾ ਦਫਾ ਕਰਤੀ, ਸਾਡੇ ਕੋਲ ਫਾਈਲ ਨਹੀਂ ਹੈਗੀ ਜੀ। ਜਦੋਂ ਫਾਈਲ ਹੀ ਤੁਸੀਂ ਗਵਾਚਤੀ, ਕਾਰਵਾਈ ਤਾਂ ਕੱਤੇ ਕਰਦੇ ਤੁਸੀਂ। ਹੁਣ ਫਾਈਲ ਗਵਾਚੀ ਆ ਤੇ ਹੁਣ ਉਹਦੀ ਆ ਕੇ ਕਹਿ ਦਿੱਤਾ ਕਿ ਜੀ ਫਾਈਲ ਗਵਾਚ ਗਈ ਤੇ ਹੁਣ ਉਹਦੀ FIR ਲੌਂਚ ਕਰਨੇ ਦੀ ਗਵਾਚੀ ਜੀ। ਜਦੋਂ ਫਾਈਲ ਤੁਹਾਡੀ, ਜਦੋਂ ਜੱਜ ਕਹਿ ਰਹੇ ਨੇ, ਸਿੱਧੂ ਤੇ ਅੱਜ ਕਹਿ ਰਿਹਾ ਨਾ, ਅੱਜ ਤੋਂ 1 ਸਾਲ ਪਹਿਲਾਂ ਜਸਟਿਸ ਗੁਪਤਾ ਨੇ ਬਕਾਇਦਾ ਤੌਰ ਤੇ ਕਿਹਾ ਸੁਣਵਾਈ ਜਿਹੜੀ ਕਰ ਰਹੇ ਸੀ, ਤੁਸੀਂ ਤੁਹਾਡੀ ਤੇ ਰੋਕ ਕਦੋਂ ਲਾਈ? ਤੁਸੀਂ ਕਾਰਵਾਈ ਕਰੋ ਆਪਣੀ। ਜੀ। ਤੁਹਾਡੇ ਕੋਲ ਰਿਪੋਰਟ ਸਬਮਿਟ ਕੀਤੀ ਹੈ, ਸਰਕਾਰ ਨੇ ਕੀਤੀ, ਸਰਕਾਰ ਕੋਲ ਰਿਪੋਰਟ ਹੈਗੀ, ਕਰੋ ਸਰਕਾਰ ਕਾਰਵਾਈ। ਤੁਹਾਨੂੰ ਰੋਕਦਾ ਕੌਣ? ਜੀ। ਉਦੋਂ ਕੈਪਟਨ ਅਮਰਿੰਦਰ ਸਿੰਘ ਜੀ ਕਾਰਵਾਈ ਤੇ ਕਰ ਰਹੇ ਨੇ ਜੀ, ਚਾਚਾ ਭਤੀਜਾ ਹੈਗੇ ਜਿਹਨਾਂ ਤੋਂ ਕਰਨੀ ਸੀ ਕਾਰਵਾਈ, ਪੂਰੀ ਸਾਰੇ ਰਿਸ਼ਤੇਦਾਰ ਦੂਜੇ ਪਾਸੇ ਹੈਗੇ ਸੀ। ਇਹਨਾਂ ਰਜਵਾੜਿਆਂ ਤੇ ਮਹਾਰਾਜਾ ਨੇ ਪੰਜਾਬ ਦਾ ਬੇੜਾ ਗਰਕ ਕਰਕੇ ਰੱਖਤਾ ਜੀ। ਪੰਜਾਬੀ ਜਿਵੇਂ ਕਹਾਂ ਕਿ ਮੈਨੂੰ ਕੋਈ ਇਹਦਾ ਗਿਲਾ ਨਹੀਂ ਕੋਈ ਹੋਊਗਾ। ਲੁੱਟਣ ਤੇ ਕੁੱਟਣ ਤੋਂ ਸਿਵਾਏ ਮੈਂ ਲੋਕਾਂ ਕੋਲ ਕੋਈ ਕੰਮ ਨਹੀਂ ਹੈਗਾ ਜੀ। 2002 ਤੋਂ ਪਹਿਲਾਂ ਮੋਤੀ ਮੱਲ ਦਾ ਹਾਲ ਦੇਖ ਲਿਓ ਤੇ ਅੱਜ ਹਾਲ ਦੇਖ ਲਓ ਜਾ ਕੇ ਕੀ ਜੀ। ਜੀ। ਸਿਸ਼ਮਾ ਫਾਰਮ ਕਿੱਥੋਂ ਬਣੇ ਨੇ? ਮੋਤੀ ਮਹਾਲ ਜਿਹੜਾ ਮੱਲ ਸੀ ਉਹਦਾ ਕਿੱਥੋਂ ਰੰਗ ਕਿੱਥੋਂ ਆ? ਕਿਹਨੇ ਆਪ ਦੱਸੇ ਸੀ ਕੈਪਟਨ ਅਮਰਿੰਦਰ ਸਿੰਘ ਆ ਕੇ? ਇਸ ਕਰਕੇ ਉਹ ਫਾਈਲ ਕਰਦੀ ਗੁੰਮ। ਇਹਨਾਂ ਨੂੰ ਹੁਣ ਚਾਹੀਦਾ ਵੀ ਫਾਈਲ ਦੀ ਕਾਪੀ ਬਕਾਇਦਾ ਦੇ ਕੋਰਟ 'ਚ ਲੈ ਲੈਣ। ਜੱਜਾਂ ਨੇ ਕਹਿਤਾ ਜੀ ਅਸੀਂ ਪੜ੍ਹ ਲਈ ਫਾਈਲ, ਕੋਈ ਗੱਲ ਨਹੀਂ, ਬਿਲਕੁਲ ਪੜ੍ਹ ਲਈ, ਤੁਸੀਂ ਕਾਰਵਾਈ ਕਰੋ ਜੀ। ਅਗਲੀ ਤਰੀਕ 9 ਤਰੀਕ ਦਿੱਤੀ, 9 ਤਰੀਕ ਤੇ ਫਿਰ ਕਹਿਤਾ ਜੀ ਜੱਜ ਸਾਹਿਬ ਛੁੱਟੀ ਤੇ ਅਗਲੀ ਤਰੀਕ 11 ਜਨਵਰੀ ਪੈ ਗਈ ਹੈ। ਉਦੋਂ ਕੋਡ ਆਫ ਕੰਡਕਟ ਲੱਗ ਜਾਣਾ ਤੇ ਮੁੜ ਕੇ ਜਿਹੜੀ ਮਾੜਾ ਮੋਟਾ ਇਨਸਾਫ ਮਿਲਦੀ ਆ ਸੀ ਉਹ ਕਹਾਣੀ ਖਤਮ, ਕਿਉਂਕਿ ਇਹਦੇ ਵਿੱਚ ਬੜੇ ਬੜੇ ਫਨੀ ਸੱਪ ਨੇ ਜੀ ਜਿਨ੍ਹਾਂ ਨੂੰ ਕੀਲਣਾ ਇਹ ਮਾੜੀ ਮੋਟੀ ਸਰਕਾਰ ਦਾ ਕੰਮ ਨਹੀਂ, ਉਹ ਨਹੀਂ ਕੀਲ ਸਕਦੇ। BJP ਲੈਵਲ ਦੇ ਬੰਦੇ ਸ਼ਾਮਲ ਨੇ ਜਿਹੜੀ ਜਾਂਚ ਕੀਤੀ ਗਈ ਇਹਦੇ ਵਿੱਚ ਜੀ। 6 ਰਿਪੋਰਟਾਂ ਪਈਆਂ ਨੇ। ਇੱਕ ਸ਼ਸ਼ੀ ਕਾਂਤ ਨੇ ਬਕਾਇਆ ਤੌਰ ਤੇ ਦਿੱਤੀ ਸੀ, ਲੇਕਿਨ ਸ਼ਸ਼ੀ ਕਾਂਤ ਅੱਜ ਜਿਹੜਾ ਸੀ ਦੂਜੇ ਪਾਸੇ ਉਹਦਾ ਵਕੀਲ ਜਿਹੜਾ ਉਹ ਸਪੋਰਟ ਤੇ ਹੋ ਗਿਆ, ਜਿਹੜਾ ਵਿਰੁੱਧ ਹੁੰਦਾ ਸੀ ਪਹਿਲਾਂ। ਇਹ ਰੌਲਾ ਪਾਉਂਦਾ ਸੀ ਕਿ ਮੈਂ ਬੜਾ ਇਨਸਾਫ ਚਾਹੁੰਦਾ ਜੀ, ਮੈਂ ਬੜਾ ਜੇਲ੍ਹਾਂ ਚਾਹ ਰਿਹਾ ਜੀ, ਜੇਲ੍ਹਾਂ 'ਚ ਹੋ ਰਿਹਾ। ਦੂਜੀ ਜਿਹੜੀ ਸੀ ਉਹ ਹਰਪ੍ਰੀਤ ਸਿੰਘ ਨੇ ਦਿੱਤੀ ਸੀਗੀ ਜੀ। ED ਦੀ ਰਿਪੋਰਟ ਹੈ, ਭਾਵੇਂ ਉਹ ਦੂਰੀ ਹੈ ਲੇਕਿਨ ਕੁਛ ਨਾ ਕੁਛ ਹੈ ਤਾਂ ਨਾ ਚਾਹੀਦਾ। ਜੇ ਰਿਪੋਰਟ ਹੈ ਤੇ ਖੋਲੋ ਉਹਨੂੰ। ਜੱਜ ਕਿਉਂ ਡਰਦੇ ਨੇ? ਬਿਲਕੁਲ ਸਹੀ। ਇਹਨਾਂ ਨੇ ਕਹਿਤਾ ਜੀ ਅਸੀਂ ਉੱਚ ਅਦਾਲਤ ਜਾਵਾਂਗੇ, ਜਾਂਦੇ ਆ ਜਾਂ ਨਹੀਂ ਜਾਂਦੇ ਪੰਜਾਬ ਸਰਕਾਰ ਇਹ ਪਤਾ ਕੋਈ ਨਹੀਂ, ਲੇਕਿਨ 11 ਜਨਵਰੀ ਤੱਕ ਜਿਹੜਾ ਵਾ ਕੋਡ ਆਫ ਕੰਡਕਟ ਲੱਗ ਜਾਣਾ। ਮੁੜ ਕੇ ਕਿਸੇ ਦੀ ਕਿਸੇ ਰਿਪੋਰਟ ਕਿੱਥੇ ਹੈ ਤੇ ਫਿਰ ਇਹਦੀ ਤਰੀਕ ਜਿਹੜੀ ਚਾਹੀਦੀ ਘੱਟੋ ਘੱਟ ਅਪ੍ਰੈਲ ਦੀ ਪਊਗੀ। ਕੈਪਟਨ ਸਾਹਿਬ ਪੱਟੀ ਸਾਹਿਬ ਇੱਕ ਹੋਰ ਦੁਹਾਈ ਪਾਉਂਦੇ ਨਜ਼ਰ ਆਉਂਦੇ ਹੁੰਦੇ ਆ ਕਿ ਚੰਨੀ ਸਾਹਿਬ ਤੇ ਸਿੱਧੂ ਸਾਹਿਬ ਕਹਿੰਦੇ ਸੀਗੇ ਕਿ ਅਸੀਂ ਮਜੀਠੀਏ ਤੇ ਸੁਖਬੀਰ ਨੂੰ ਅੰਦਰ ਕਰ ਦੇਣਾ, ਵੀ ਹੁਣ ਸਰਕਾਰ ਤੁਹਾਡੀ ਹੈ, ਰਾਜ ਤੁਹਾਡਾ, ਪਾਵਰ ਤੁਹਾਡੀ ਹੈ, ਕਰ ਲਓ ਅੰਦਰ। ਜਿਹੜੇ ਕੈਪਟਨ ਸਾਹਿਬ ਸੀ 2014 ਦੇ ਵਿੱਚ ਜਦੋਂ ਇਹ ਅੰਮ੍ਰਿਤਸਰ ਤੋਂ ਬਣੇ ਨੇ ਮੈਂਬਰ ਪਾਰਲੀਮੈਂਟ, ਉਦੋਂ ਇਹ ਵੀ ਕਹਿੰਦੇ ਹੁੰਦੇ ਸੀ ਜੀ। ਇਹਨਾਂ ਨੇ ਇੱਕ ਲਫ਼ਜ਼ ਵਰਤਿਆ ਸੀ ਇੱਕ ਮਜੀਠੀਏ ਵਾਸਤੇ ਜੀ। ਪੱਤਰਕਾਰਾਂ ਨੇ ਜਦੋਂ ਵੀਡੀਓ ਵਾਲੀ ਗੱਲਬਾਤ ਕਰ ਰਹੇ ਸੀ ਉਹਨਾਂ ਕਿਹਾ ਜੀ ਮਜੀਠੀਆ ਵੇਖੋ ਇੱਥੇ ਬੜਾ ਦਬਕੇ ਮਾਰਦਾ। ਉਹਨੇ ਕਿਹਾ ਸੀ ਇਹ ਬਾਂਦਰ ਜਿਹਾ ਨਹੀਂ ਰਹੂਗਾ, ਇਹ ਕੈਪਟਨ ਸਾਹਿਬ ਦੀ ਰਿਕਾਰਡਿੰਗ ਹੈ ਭਾਈ, ਅਸੀਂ ਨਹੀਂ ਕਹਿ ਰਹੇ। ਬਿਲਕੁਲ। ਤੇ ਜਦੋਂ ਵੋਟਾਂ ਪੈਂਦੀਆਂ ਸੀ ਕੈਪਟਨ ਸਾਹਿਬ ਦੀ ਨਿਗਰਾਨੀ ਵਾਸਤੇ ਗਿਆ ਸੀ ਤੇ ਉੱਥੇ ਮਜੀਠੀਆ ਸਾਹਿਬ ਦੀ ਲਾਈਨ 'ਚ ਲੱਗੇ ਸੀ ਤੇ ਉਹਨੇ ਕਿਹਾ ਚਾਚਾ ਜੀ ਆ ਵੇਖ ਲਓ ਮੈਂ ਲਾਈਨ 'ਚ ਲੱਗੇ ਵੋਟ ਪਾ ਰਿਹਾ ਜੀ, ਮੈਂ ਕੋਈ ਗੁੰਡਾਗਰਦੀ ਨਹੀਂ ਕਰ ਰਿਹਾ ਜੀ। ਉਹਨੇ ਸ਼ਾਬਾਸ਼ ਦਿੱਤੀ, ਕੱਕਾ ਠੀਕ ਕਰੀ ਜਾ ਆਪਣਾ ਕੰਮ ਦੀ ਕੋਈ ਗੱਲ ਨਹੀਂ। ਇਹ ਰਿਸ਼ਤੇਦਾਰੀਆਂ ਨੇ ਇਹਨਾਂ ਦੀਆਂ ਦਲਵੀਰ ਜੀ, ਇਹਨਾਂ ਦੀ ਰਿਸ਼ਤੇਦਾਰੀਆਂ ਸਾਰੀਆਂ ਰਜਵਾੜਿਆਂ ਤੇ ਮਹਾਰਾਜੇ ਨੇ। ਤੁਸੀਂ ਤੇ ਕੀ ਕਰੋਗੇ? ਸਾਡੀ ਬਦਕਿਸਮਤੀ ਹੈ, ਸਾਡੇ 'ਚ ਅਨਪੜ੍ਹਤਾ ਵਾ। ਅਸੀਂ ਵੋਟ ਉਹਨੂੰ ਪਾਉਂਦੇ ਜਿਹਦੇ ਮਗਰ 10 ਗਨਮੈਨ ਤੁਰੇ ਜਾਂਦੇ, ਜਿਹਦੇ ਕੋਲ ਕੋਠੇ ਜੀ 4 ਗੱਡੀਆਂ ਨੇ, ਜਿਹਦੇ ਕੋਲ 100 ਬੰਦਾ ਨਾਲ ਨਹੀਂ ਕਹਿੰਦੇ ਯਾਰ ਇਹ ਬੰਦਾ ਉਹਦੇ ਨੂੰ ਵੋਟ ਪਾ ਦਿਓ। ਅਸੀਂ ਇਹ ਨਹੀਂ ਸੋਚਿਆ ਵੀ ਲੁਟੇਰਾ ਕਿੰਨਾ ਤਗੜਾ ਵਾ ਜੀ। ਜਿੱਦਣ ਅਸੀਂ ਇਹ ਫਰਕ ਗਿਣ ਲਿਆ ਸੀ ਉਹਨੂੰ ਵੋਟ ਪਾਉਣ ਜਿਹੜਾ ਬੰਦਾ ਵਾਕਈ ਇਮਾਨਦਾਰ। ਦਲਵੀਰ ਜੀ ਤੁਸੀਂ ਕਾਮਰੇਡ ਸਤਪਾਲ ਦਾ ਡੰਗ ਨਾ ਸੁਣਿਆ ਹੋਣਾ। ਬਿਲਕੁਲ। ਕਾਮਰੇਡ ਸਤਪਾਲ ਨੂੰ ਗੁਜਰਾਲ ਦੇ ਟਾਈਮ ਦੇ ਉੱਤੇ ਇੰਦਰਪਾਲ ਗੁਜਰਾਲ ਸਾਡੇ ਪ੍ਰਧਾਨ ਮੰਤਰੀ ਸਨ, ਉਹਨਾਂ ਨੇ ਕਿਹਾ ਸੀ ਵੀ ਸਤਪਾਲ ਡਾਂਗ ਨੂੰ ਅਸੀਂ ਕੇਰਲਾ ਦਾ ਗਵਰਨਰ ਲਾਉਣਾ ਚਾਹੁੰਦੇ ਜੀ। ਤੇ ਉਹਨਾਂ ਨੇ ਰਾਤ ਨੂੰ ਮੈਨੂੰ ਖਬਰ ਲਿਖਾ ਕੇ ਸਪੈਸ਼ਲ ਖਬਰ ਲਿਖਾਈ ਸੀ ਫੋਨ ਤੇ, ਕਹਿੰਦੇ ਮੇਰੇ ਵੱਲੋਂ ਫੋਨ ਖਬਰ ਲਾ ਦੇ ਕਿ ਮੇਰੀ ਤੇ ਇਹਨਾਂ ਦੀ ਸੋਚ ਦਾ ਜ਼ਮੀਨ ਅਸਮਾਨ ਦਾ ਫਰਕ। ਤਾਂ ਮੈਨੂੰ ਗਵਰਨਰ ਦੀ ਕੋਈ ਭੁੱਖ ਨਹੀਂ, ਮੈਂ ਗਵਰਨਰ ਕੋਲ ਲੱਗਿਆ ਜੀ। ਮੈਂ ਜਿੱਥੇ ਲੋਕ ਸੇਵਾ ਕਰ ਰਿਹਾ ਮੈਂ ਉੱਥੇ ਕਰੂੰਗਾ, ਮੈਂ ਨਹੀਂ ਕਿਤੇ ਜਾਣਾ।
ਮੈਨੂੰ ਗੁਰਦੁਆਰੇ ਦੀ ਕੋਈ ਲੋੜ ਨਹੀਂ। ਹਾਂ, ਮੇਰੀ ਸੋਚ ਦੇ ਬੰਦੇ ਹੋਣਗੇ ਤੇ ਮੈਂ ਸੇਵਾ ਵਾਸਤੇ ਜ਼ਰੂਰ ਅੱਗੇ ਆਊਂਗਾ, ਲੇਕਿਨ ਮੈਂ ਨਹੀਂ ਜਾਣਾ ਜੀ। ਤੇ ਜੇ ਕੋਈ ਮੇਰੇ ਵਰਗਾ ਹੁੰਦਾ ਤੇ ਨੰਗੇ ਪੈਰੀ ਭੱਜਣਾ, ਘਰ ਦੇ ਜੁੱਤੀ ਬਾਅਦ ਪਿੱਛੋਂ ਲਾਇਆ, ਕੋਈ ਗੱਲ ਨਹੀਂ, ਇੱਥੇ ਪਤਾ ਨਹੀਂ ਗਿਆ। ਬਿਲਕੁਲ ਸਹੀ ਗੱਲ। ਇਸ ਕਰਕੇ ਜਦੋਂ ਉਹ ਸੋਚਦੇ ਬੰਦੇ ਹੋਣਗੇ ਨੇ, ਇਮਾਨਦਾਰ ਸੋਚਦੇ ਬੰਦੇ ਹੋਣਗੇ, ਉਦੋਂ ਕੰਮ ਸ਼ੁਰੂ ਹੋਣਾ ਵਾ। ਪੰਜਾਬ ਅੱਜ ਵੀ ਸੋਨੇ ਦੀ ਚਿੜੀ ਹੈ, ਲੁੱਟਣ ਵਾਲੇ ਬਹੁਤ ਜ਼ਿਆਦਾ ਬੈਠੇ। ਸਹੀ ਕਿਹਾ। 1 ਲੱਖ ਕਰੋੜ ਰੁਪਇਆ ਆਪਾਂ ਇਹਦੇ ਨੂੰ ਕੱਢਿਆ ਸੀ ਕਿ ਬਦਰੀ ਦੇ ਵਿੱਚੋਂ, ਰੇਤ ਦੇ ਵਿੱਚੋਂ, ਸ਼ਰਾਬ ਦੇ ਵਿੱਚੋਂ, ਟਰਾਂਸਪੋਰਟ ਵਿੱਚ ਕਿੰਨਾ ਇਹ ਲੁੱਟਦੇ ਨੇ। ਇੱਕ ਲੱਖ ਕਰੋੜ ਰੁਪਇਆ ਸਾਡੇ ਸਰਕਾਰੀ ਖਜ਼ਾਨੇ ਚੱਲਦੀ, ਕਿੱਥੇ ਗੱਲ ਚੱਲ ਜਾਂਦੀ। ਬਿਲਕੁਲ ਜੀ। ਇਸ ਕਰਕੇ ਇਹਨਾਂ ਨੂੰ ਕੁਛ ਨਹੀਂ ਕਰਨਾ। ਕੈਪਟਨ ਸਾਹਿਬ, ਤੁਸੀਂ ਉਦੋਂ ਵੀ ਕਹਿੰਦੇ ਸੀ ਜਦੋਂ ਮੈਂ ਮੁੱਖ ਮੰਤਰੀ ਬਣਿਆ ਤਾਂ ਮੈਂ ਸਭ ਤੋਂ ਪਹਿਲਾਂ ਮਜੀਠੀਆ ਨੂੰ ਫੜ ਕੇ ਅੰਦਰ ਗੰਦ ਪਾਇਆ ਨੇ, ਕਈ ਗੱਲਾਂ ਕਰਦੇ ਤੁਸੀਂ ਜੀ। 9.5 ਸਾਲ ਤੁਸੀਂ ਕੱਖ ਨਹੀਂ ਕੀਤਾ, 4.5 ਸਾਲ ਤੱਕ ਬਿਲਕੁਲ ਕੱਖ ਨਹੀਂ ਕੀਤਾ ਤੁਸੀਂ। ਇਸੇ ਕਰਕੇ ਮਜੀਠੀਆ ਨੂੰ ਕੁਛ ਨਹੀਂ, ਉਹ ਥਾਪੀਆਂ ਮਾਰਦਾ, ਜੋ ਵਿਗਾੜ ਲਓ ਜਾਂ ਮੇਰੇ ਵਿਗਾੜਨਾ ਜੀ, ਜੋ ਮੈਨੂੰ ਫੜ ਕੇ ਵਿਖਾਓ ਕਿੱਦਾਂ ਫੜਦੇ ਤੁਸੀਂ। ਠੀਕ ਗੱਲ ਆ, ਉਹਦੇ ਚ ਹਿੰਮਤ ਅਗਲਾ ਕਹਿੰਦਾ। ਨਾਲ ਜੋ ਕੋਰਟ ਨੇ ਕਹਿਤਾ ਵੀ ਤੈਨੂੰ ਕਿਉਂ ਪਤਾ ਤੇਰੇ ਨਾਮ ਵਿੱਚ ਹੈਗਾ, ਵੀ ਤੂੰ ਆਪਣਾ ਵਕੀਲ ਕਿੱਥੋਂ ਲਾਇਆ, ਤੇਰੇ ਵਕੀਲ ਨੂੰ ਘਰ ਨੂੰ ਤੋਰਦਾ, ਤੂੰ ਜਾ ਘਰ ਨੂੰ, ਤੇਰੀ ਲੋੜ ਨਹੀਂ ਹੈਗੀ ਜੀ। ਇਸ ਕਰਕੇ ਇਹ ਰਿਪੋਰਟ ਖੁੱਲਣ ਦੇ ਕੋਈ ਅਸਾਰ ਨਜ਼ਰ ਨਹੀਂ ਆਉਂਦੇ ਕਿ ਜੇ ਕੋਈ ਚੰਗਾ ਕੋਈ ਹੋਰ ਮੁੱਖ ਮੰਤਰੀ ਜਿੱਤ ਵਾਲਾ ਆ ਗਿਆ ਤੇ ਭਾਵੇਂ ਖੋਲ ਲਈ, ਇਹਨਾਂ ਦੇ ਵਾਸਤਾ ਰੋਕ ਨਹੀਂ। ਚੰਨੀ ਹੋਰੀ ਸ਼ਰੀਫ ਬੰਦੇ ਨੇ, ਇਹਨਾਂ ਦੇ ਸਾਹਮਣੇ ਤੇ ਮੰਤਰੀ ਲੜ ਪੈਂਦੇ, ਕੁਛ ਕਰ ਨਹੀਂ ਸਕਦੇ ਤੇ ਬਾਕੀ ਕੀ ਰਹਿ ਗਿਆ। ਬਿਲਕੁਲ ਸਹੀ ਕਿਹਾ ਤੁਸੀਂ। ਭੱਟੀ ਸਾਹਿਬ, ਦਿੱਲੀ ਕਮੇਟੀ ਦੀ ਚੋਣ ਦਾ ਰਾਹ ਕਹਿੰਦੇ ਪੱਧਰਾ ਹੋ ਗਿਆ। ਸਿਰਸੇ ਦੀ ਮੈਂਬਰੀ ਦਾ ਦਾਅਵਾ ਜਿਹੜਾ ਉਹਨੇ ਛੱਡਤਾ। ਦਸੰਬਰ ਦੇ ਅਖੀਰ ਤੱਕ ਚੋਣ ਹੋ ਸਕਦੀ ਆ ਤੇ ਸਿਰਸੇ ਦਾ ਕਹਿੰਦੇ ਸਾਰਾ ਕੇਸ ਜਿਹੜਾ ਹੈਗਾ ਖਾਰਜ ਹੋ ਸਕਦਾ। ਇਹਦੇ ਬਾਰੇ ਕੀ ਜਾਣਕਾਰੀ ਹੈ ਜੀ? ਜਿੱਥੋਂ ਤੱਕ ਸਿਰਸੇ ਦੀ ਗੱਲ ਹੈ ਜੀ, ਸਿਰਸੇ ਨੇ ਬਕਾਇਦਾ ਤੌਰ ਤੇ ਕੋਰਟ ਤੇ ਲੈਟਰ ਲਿਖਿਆ ਸੀਗਾ ਜੀ, ਵੇਖੋ ਜਿਹੜਾ ਮੇਰਾ ਪੰਜਾਬੀ ਲਿਖਣ ਦਾ ਕੇਸ ਉਹ ਜਾਰੀ ਰੱਖਿਆ ਜਾਵੇ ਤੇ ਜਿਹੜੀ ਮੇਰੀ ਆਪਣੀ ਅਹੁਦੇਦਾਰੀ ਦੀ ਮੈਂ ਗੱਲ ਕੀਤੀ ਸੀ ਉਹ ਮੈਂ ਛੱਡੀ ਜੀ। ਮੈਂਬਰੀ ਦੀ ਗੱਲ ਕੀਤੀ, ਮੈਂ ਛੱਡੀ, ਨੂੰ ਛੱਡ ਦਿੱਤਾ ਜਾਵੇ ਜੀ। ਕੋਰਟ ਨੇ ਉਹਦੇ ਵਕੀਲ ਨੇ ਇੰਨੀ ਗੱਲ ਕੀਤੀ, ਵਕੀਲ ਨੇ ਇੰਨੀ ਗੱਲ ਕਹਿਤੀ, ਭਾਈ ਇਹ ਕੇਸ ਆ ਸਾਂਝਾ, ਇਹ ਕੇਸ ਕੋਈ ਵੱਖੋ ਵੱਖਰਾ ਨਹੀਂ, ਤੁਸੀਂ ਕਰੋ ਤੇ ਦੁਬਾਰਾ ਕੇਸ ਕਰ ਲਓ। ਜੇ ਤੁਸੀਂ ਇਹ ਚਿੱਠੀ ਦੇਤੀ ਆ ਕਿ ਇਹ ਡਿਸਪੋਜ਼ ਆਫ ਕੀਤਾ ਜਾਵੇ ਤੇ ਮੈਂ ਡਿਸਪੋਜ਼ ਆਫ ਕਰ ਰਿਹਾ ਜੀ। ਮੁੜ ਕੇ ਸਰਸੇ ਦਾ ਇੱਕ ਵਕੀਲ ਚਲੇ ਗਿਆ, ਚਲੋ ਉੱਥੇ। ਜਦੋਂ ਉਹ ਕਹਿੰਦਾ ਜੀ ਮੇਰੀ ਗੱਲ ਸੁਣ, ਮੈਂ ਉਹਦਾ ਵਕੀਲ ਆ, ਉਹ ਕਹਿੰਦਾ ਜੇ ਤੂੰ ਵਕੀਲ ਹੈ ਜਾਂ ਉਹ ਬਿਠਾਓ ਕੌਣ, ਉਹ ਕਹਿੰਦਾ ਮੈਂ ਨਹੀਂ ਜਾਣਦਾ। ਜਦੋਂ ਉਹਨੂੰ ਪੁੱਛਿਆ ਤਾਂ ਮੈਨੂੰ ਨਹੀਂ ਜਾਣਦਾ ਕੌਣ ਕੌਣ ਨਹੀਂ ਹੈਗਾ, ਮੈਂ ਵਕੀਲ ਹਾਂ ਸਰਸੇ ਦਾ। ਮੁੜ ਕੇ ਜੱਜ ਨੇ ਕਿਹਾ ਭਾਈ ਸਵੇਰੇ 10 ਵਜੇ ਆ ਜੀ, ਜੇ ਕੋਈ ਗੱਲ ਕਰਨੀ ਮੈਂ ਸਾਈਨ ਕਰਨੇ ਛੱਡ ਦੂੰਗਾ, ਜੇ ਕੋਈ ਗੱਲ ਐਡ ਕੋਈ ਤਰ੍ਹਾਂ ਦੀ ਮੈਂ ਕੇਸ ਡਿਸਪੋਜ਼ ਆਫ ਕਰ ਦੇਣਾ। ਤੇ ਅੱਜ ਇਹ ਗਿਆ ਨਹੀਂ ਤੇ ਉਹਨੇ ਪੂਰੀ ਦਾ ਪੂਰਾ ਕੇਸ ਡਿਸਪੋਜ਼ ਆਫ ਕਰ ਦਿੱਤਾ। ਜਦੋਂ ਕੇਸ ਡਿਸਪੋਜ਼ ਆਫ ਹੋ ਗਿਆ, ਹੁਣ ਸਰਸਾ ਜਿਹੜਾ ਤੁਰਿਆ ਫਿਰ ਜਿੱਥੇ ਮਰਜ਼ੀ ਜਾ ਕੇ ਜੀ, ਉਹਦੇ ਵਿੱਚ ਹੁਣ ਜਿਹੜਾ ਡਾਇਰੈਕਟਰ ਚੋਣ ਆ ਗੁਰਦੁਆਰਾ ਕਮੇਟੀ, ਉਹ ਬਕਾਇਦਾ ਤੌਰ ਤੇ ਇੱਕ ਪੱਤਰ ਲਿਖੇਗਾ ਦਿੱਲੀ ਕਮੇਟੀ ਨੂੰ ਕਿ ਤੁਸੀਂ ਨੋਮੀਨੇਸ਼ਨ ਜਿਹੜੀ ਐਸਜੀਪੀਸੀ ਦੀ ਉਹ ਦਿਓ, ਅਸੀਂ ਆਪਣੀ ਚੋਣ ਕਰਾਈ ਜੀ। ਉਹ ਚਿੱਠੀ ਦਿੱਲੀ ਕਮੇਟੀ ਜਾਊਗੀ ਤੇ ਦਿੱਲੀ ਕਮੇਟੀ ਫਾਰਵਰਡ ਕਰੇਗੀ ਐਸਜੀਪੀਸੀ ਨੂੰ, ਐਸਜੀਪੀਸੀ ਉਸੇ ਵੇਲੇ ਉਹਨੂੰ ਰਿਟਰਨ ਪਾਏਗੀ ਕਿ ਆਹ ਨਾ ਅਸੀਂ ਸਟੈਕ ਕਰ ਲਿਆ, ਆਹ ਨਾ ਤੁਹਾਨੂੰ ਭੇਜ ਰਹੇ ਹਾਂ ਤੇ ਤੁਸੀਂ ਆਪਣੀ ਚੋਣ ਕਰਾਓ ਜੀ। ਉਦੋਂ 15 ਦਿਨ ਦੇ ਵਿੱਚ ਜਿਹੜੀ ਆ ਚੋਣ ਜਿਹੜਾ ਡਾਇਰੈਕਟਰ ਕਰਾ ਸਕਦਾ, 15 ਦੇ ਅੰਦਰ ਮਤਲਬ। ਇਸ ਕਰਕੇ ਉਮੀਦ ਆ ਕਿ ਅਜੇ ਦਿਨ 20 ਹੈਗੇ ਆ, ਇਹਨਾਂ 20 ਦਿਨਾਂ ਦੇ ਵਿੱਚ ਜਿਹੜੀ ਨਵੀਂ ਚੋਣ ਹੋ ਕੇ ਇੱਕ ਬੰਦਾ ਰਹਿੰਦਾ ਸਿਰਫ, ਇੱਕ ਇਹ ਐਸਜੀਪੀਸੀ ਵਾਲਾ ਤੇ ਇੱਕ ਜਿਹੜਾ ਲੋਟਰੀ ਕੱਢਿਆ ਸੀ ਆਪਣੀਆਂ ਸਿੰਘ ਸਮਾਵਾਂ ਚ, ਇੱਕ ਬੰਦਾ ਆ ਗਿਆ ਸੀ, ਇੱਕ ਰਹਿੰਦਾ। ਉਹਦੇ ਬਾਰੇ ਵੀ ਜਿਹੜਾ ਵਾ ਉਹ ਐਸਜੀ ਨੇ ਫੈਸਲਾ ਕਰਨਾ, ਉਹ ਵੀ ਕਹਿ ਦੇਣਗੇ ਕਰਦੇ ਫੈਸਲਾ ਕਰ ਦੇਣਗੇ ਕਦੇ ਦਿਨ ਤੇ। ਇਸ ਕਰਕੇ ਹੁਣ ਮੁੱਢ ਵੱਧ ਗਿਆ ਕਿ ਬਕਾਇਦਾ ਤੌਰ ਤੇ ਜਿਹੜੀ ਆ ਦਿੱਲੀ ਕਮੇਟੀ ਦੀ ਜਿਹੜੀ ਚੋਣ ਜਿਹੜੀ ਹੈ ਪ੍ਰਧਾਨਗੀ ਤੇ ਹੋਰ ਅਹੁਦੇਦਾਰਾਂ ਦੀ ਜਿਹੜੀ ਇਸ ਮਹੀਨੇ ਤੋਂ ਹੋਵੇਗੀ। ਲੇਕਿਨ ਅਫਸੋਸ ਨਾਲ ਕਹਿਣਾ ਪੈ ਰਿਹਾ ਇੱਕ ਗੱਲ, ਇਹਨਾਂ ਦੀ ਨੀਤੀ ਕੀ ਸਮਝ ਨਹੀਂ ਤੱਕ ਆਈ ਜੀ। ਸਰਸਾ ਸਾਹਿਬ ਬੀਜੇਪੀ ਚਲੇ ਗਏ, ਰਿਜ਼ਾਈਨ ਕਰਕੇ ਨਹੀਂ ਗਏ ਜੀ। ਉਹਨਾਂ ਨੇ ਅਕਾਲੀ ਦਲ ਨਹੀਂ ਛੱਡਿਆ, ਉਹਨਾਂ ਸਿੱਧ ਦਿੱਲੀ ਕਮੇਟੀ ਦੀ ਪ੍ਰਧਾਨਗੀ ਛੱਡੀ ਹੈ। ਅਕਾਲੀ ਦਲ ਨੇ ਵੀ ਅਜੇ ਤੱਕ ਨਹੀਂ ਕੱਢਿਆ ਉਹਨੂੰ। ਅੱਜ ਵੀ ਦਿੱਲੀ ਕਮੇਟੀ ਦੇ ਪ੍ਰਧਾਨ ਦੇ ਦਫ਼ਤਰ ਦੇ ਬਾਹਰ ਉੱਥੇ ਲੱਗਾ ਜੀ ਪ੍ਰਧਾਨ ਮਨਿੰਦਰ ਸਿੰਘ ਸਿਰਸਾ, ਉਹ ਬੋਰਡ ਲੱਗਾ ਅੱਜ ਵੀ ਉੱਥੇ। ਇਹ ਗੱਲ ਕਿੱਧਰ ਨੂੰ ਜਾਂਦੀ ਹੈ ਫਿਰ ਜੀ? ਸਭ ਨੂੰ ਦੱਸੀ ਕਿੱਧਰ ਨੂੰ ਜਾਂਦੀ ਹੈ ਜੀ, ਸਭ ਨੂੰ ਦੱਸੇ ਕਿੱਧਰ ਨੂੰ ਜਾਂਦੀ ਹੈ। ਨਾ ਸਰਸਾ ਸਾਹਿਬ ਛੱਡਣ ਨੂੰ ਤਿਆਰ ਹੈ, ਨਾ ਸੁਖਬੀਰ ਸਿੰਘ ਬਾਦਲ ਨੂੰ ਛੱਡਣ ਨੂੰ ਤਿਆਰ, ਕਿਉਂਕਿ ਉਹ ਮਾਲਦਾਰ ਸਾਹਮਣੇ ਹੈ। ਬਿਲਕੁਲ। ਇਸ ਕਰਕੇ
ਜੇ ਇਹ ਬੋਲ ਲੱਗੇ ਤੇ ਅਜੇ ਵੀ ਇਹ ਬਕਾਇਦਾ ਤੌਰ ਤੇ ਦਿੱਲੀ ਕਮੇਟੀ ਦੇ ਮੈਂਬਰਾਂ ਨਾਲ ਆਪਣੇ ਨਾਲ ਮੀਟਿੰਗਾਂ ਕਰ ਰਿਹਾ ਵਾ ਸਰ ਸਾਹਿਬ। ਤੇ ਹੁਣ ਵੇਖੋ ਜਿਹੜੀ ਇਸ ਮਹੀਨੇ ਦੇ ਅਖੀਰ ਤੱਕ ਖਰੀਦੋ ਫਰੋਖਤ ਵੀ ਹੋਏਗੀ, ਖਿੱਚ ਤੂ ਵੀ ਹੋਏਗੀ, ਸਭ ਕੁਝ ਹੋਏਗੀ। ਪ੍ਰਧਾਨ ਕੌਣ ਬਣਦਾ ਵਾ? ਸਰਸਾ ਸਾਹਿਬ ਆਪਣੇ ਬੰਦੇ ਜਿਹੜੇ ਉਹ ਕਾਲਕੇ ਨੂੰ ਦਿੰਦੇ ਆ ਜਾਂ ਨਹੀਂ ਦਿੰਦੇ? ਕਾਲਕਾ ਇਹਨਾਂ ਤੇ ਵਿਸ਼ਵਾਸ ਕਰਦਾ ਕਿ ਨਹੀਂ ਕਰਦਾ? ਦੇਖ ਕੇ ਤੇ 4-5 ਮੈਂਬਰ ਟੁੱਟ ਗਏ ਤੇ ਫਿਰ ਕਹਾਣੀ ਵਿਗੜ ਵੀ ਸਕਦੀ ਹੈ ਕੇਜਰੀਵਾਲ ਬਾਦਲ ਦੀ। ਜੀ ਇੱਕ ਬਹੁਤ ਅਹਿਮ ਖਬਰ ਜਿਹੜੀ ਹੈ, ਪ੍ਰਿੰਕਾ ਗਾਂਧੀ ਨੇ ਜਾਰੀ ਕੀਤਾ ਪਹਿਲਾ ਚੋਣ ਮਨੋਰਥ ਪੱਤਰ। ਯੂਪੀ ਦੇ ਵਿੱਚ ਡਟੀ ਹੋਈ ਹੈ ਜੀ। ਕਿੱਧਰ ਨੂੰ ਸਿਆਸਤ ਜਾਏਗੀ? ਪ੍ਰਿੰਕਾ ਗਾਂਧੀ ਕਿੰਨਾ ਕੁ ਉਭਾਰ ਸਕਦੀ ਹੈ ਹੋਰ ਹਾਸ਼ੀਏ ਤੇ ਗਈ ਕਾਂਗਰਸ ਨੂੰ? ਦੇਖੋ ਜੀ, ਪ੍ਰਿੰਕਾ ਗਾਂਧੀ ਜਿਹੜੀ ਯੂਪੀ ਦੇ ਬਕਾਇਦਾ ਤੌਰ ਤੇ ਗਰਾਊਂਡ ਲੈਵਲ ਤੇ ਕੰਮ ਕਰ ਰਹੀ ਹੈ ਜੀ। ਅਜੇ ਤੱਕ ਪਿਛਲੇ 20 ਸਾਲਾਂ ਦੇ ਵਿੱਚ ਕਿਸੇ ਵੀ ਲੀਡਰ ਨੇ ਆ ਕੇ ਯੂਪੀ 'ਚ ਗਰਾਊਂਡ ਲੈਵਲ ਤੇ ਕੰਮ ਨਹੀਂ ਕੀਤਾ। ਜਿਹੜੀ ਯੂਪੀ ਪਿਛਲੇ ਕਾਂਗਰਸ ਦੀ ਹੁੰਦੀ ਸੀ, ਅੱਜ ਯੂਪੀ ਇਹਨਾਂ ਦੇ ਹੱਥੋਂ ਚਲੇਗੀ ਜੀ। ਇਸ ਚੋਣ ਦੇ ਵਿੱਚ ਪ੍ਰਿੰਕਾ ਨੂੰ ਮਿਲੇ ਨਾ ਕੁਛ ਮਿਲੇ, ਲੇਕਿਨ ਲੋਕ ਸਭਾ ਦੀਆਂ ਚੋਣਾਂ ਜੇ ਇਸੇ ਤਰ੍ਹਾਂ ਉੱਥੇ ਲੋਕਾਂ 'ਚ ਵਿਚਰਦੀ ਰਹੀ, ਇਸੇ ਤਰ੍ਹਾਂ ਹੀ ਕੰਮ ਕਰਦੀ ਰਹੀ ਤੇ ਕੁਛ ਨਾ ਕੁਛ ਲੈ ਡਿੱਗਣਗੇ। ਅੱਜ ਦੀ ਡੇਟ ਦੇ ਵਿੱਚ ਜਿਹੜਾ ਪਹਿਲਾਂ ਕਦੀ ਵੀ ਕਿਸੇ ਪਾਰਟੀ ਨੇ ਅੱਜ ਤੱਕ ਜਿਹੜਾ ਵਾ ਮਹਿਲਾ ਦਾ ਚੋਣ ਮਨੋਰਥ ਪੱਤਰ ਵੱਖਰਾ ਕਦੀ ਜਾਰੀ ਨਹੀਂ ਕੀਤਾ। ਪਹਿਲੀ ਵਾਰੀ ਪ੍ਰਿੰਕਾ ਗਾਂਧੀ ਜਾਰੀ ਕੀਤਾ ਜੀ। ਕਾਨਾ ਤੇ ਕੀਨੀਆ ਦੇ ਜ਼ਰੂਰ ਜਾਰੀ ਹੁੰਦੇ ਰਹੇ ਉਹ ਪਾਸੇ, ਲੇਕਿਨ ਉਹ ਵੀ ਕਿਸੇ ਹੋਰ ਤਰੀਕੇ ਨਾਲ ਸਿੱਧਾ ਨਹੀਂ ਕਰਦੇ ਰਹੇ। ਉਹਨਾਂ ਨੇ ਵੱਖਰਾ ਚੋਣ ਮਨੋਰਥ ਪੱਤਰ ਵੀ ਵੱਖਰਾ ਰੱਖਿਆ ਹੁੰਦਾ ਸੀ, ਇੱਕ ਪੇਜ ਵੀ ਔਰਤਾਂ ਦਾ ਹੈਗਾ, ਲੇਕਿਨ ਸਿੱਧਾ ਚੋਣ ਮਨੋਰਥ ਪੱਤਰ ਇੱਕ ਵੱਖਰਾ ਜਿਹੜਾ ਉਸ ਪਹਿਲੀ ਵਾਰੀ ਪ੍ਰਿੰਕਾ ਗਾਂਧੀ ਨੇ ਕੀਤਾ। ਪਤਾ ਨਹੀਂ ਕਿਹੜੇ ਐਡਵਾਈਜ਼ਰ ਬੀਬੀ ਦੇ ਹੈਗੇ ਨੇ, ਲੇਕਿਨ ਬੀਬੀ ਬਹੁਤ ਦੇਰ ਨਾਲ ਆਈ ਪੋਲਿਟਿਕਸ। ਜੇ ਕਿਤੇ ਪਹਿਲਾਂ ਆ ਜਾਂਦੀ ਤੇ ਅੱਜ ਦੀ ਕਾਂਗਰਸ ਦੀ ਹਾਲਤ ਕਿਸ ਤਰ੍ਹਾਂ ਹੋਈ ਜੀ। ਬੀਬੀ ਨੇ ਉਹਦਾ ਕਹਿ ਦਿੱਤਾ ਵੀ 40% ਸੀਟਾਂ ਜਿਹੜੀਆਂ ਵਾ ਉਹ ਰਾਖਵੀਂ ਹੋਣਗੀਆਂ ਔਰਤਾਂ ਵਾਸਤੇ। ਜਿਹੜੀ ਉਹਨੇ ਮੀਟਿੰਗ ਕੀਤੀ ਸੀ, ਟੋਟਲੀ ਔਰਤਾਂ ਬੈਠੀਆਂ ਸੀ, ਵੱਡੀ ਗਿਣਤੀ 'ਚ ਬੈਠੀਆਂ ਸੀ। ਕਹਿੰਦੀਆਂ ਉੱਥੇ 40 ਬੰਦੇ 40 ਬੀਬੀਆਂ ਦੀ ਚੋਣ ਕਰ ਲਈ ਅਸੀਂ ਇੱਥੇ ਆਪਣੇ ਜਿਹੜੇ ਬੰਦੇ ਖੜੇ ਕਰਨੇ ਸੀ ਜੀ। ਇਸ ਕਰਕੇ ਪ੍ਰਿੰਕਾ ਗਰਾਊਂਡ ਲੈਵਲ ਤੇ ਕੰਮ ਕਰਦੀ। ਕੁਛ ਮਿਲੇ ਨਾ ਮਿਲੇ ਮੈਨੂੰ ਇਸ ਗੱਲ ਦਾ ਨਹੀਂ ਪਤਾ, ਉਹ ਬਾਹਰ ਦੀ ਗੱਲ ਲੋਕਾਂ ਨੇ ਫੈਸਲਾ ਕਰਨਾ। ਜੋ ਬੀਬੀਆਂ ਨੂੰ ਕਿਹਾ ਵੀ ਤੁਹਾਨੂੰ ਸਕੂਟੀ ਵੀ ਦਿਆਂਗੇ, ਤੁਹਾਨੂੰ ਸਮਾਰਟਫੋਨ ਵੀ ਦਿਆਂਗੇ, ਹੋਰ ਵੀ ਤੁਹਾਨੂੰ ਸਹੂਲਤਾਂ ਦਿਆਂਗੇ, ਤੁਹਾਨੂੰ ਜੋ ਵਤੋਂ ਦੇ ਸਕਦੇ ਅਸੀਂ ਦੇਵਾਂ। ਸਾਡੀ ਸਰਕਾਰ ਬਣ ਗਈ ਤੇ ਤੁਹਾਨੂੰ ਇਸ ਗੱਲ ਦਾ ਪਤਾ ਹੋਵੇ ਯੂਪੀ ਦੇ ਵਿੱਚ ਔਰਤਾਂ ਜਿਹੜੀਆਂ ਮਰਦਾਂ ਨੂੰ ਵੱਧ ਵੋਟਾਂ ਪਾਉਂਦੀਆਂ ਨੇ। ਤੇ ਜੇ ਵੋਟਾਂ ਪਾਉਂਦੀਆਂ ਤੇ ਜਿਸ ਤਰੀਕੇ ਨਾਲ ਪ੍ਰਿੰਕਾ ਨੇ ਉਹਨਾਂ ਨੂੰ ਜਾ ਕੇ ਗੱਲ ਕੀਤੀ, ਹੋਰ ਤਾਂ ਕੋਈ ਔਰਤ ਜਾ ਹੀ ਨਹੀਂ ਅਜੇ ਤੱਕ। ਬੀਜੇਪੀ ਦੀ ਔਰਤ ਕੋਈ ਗਈ ਨਹੀਂ ਅਜੇ ਤੱਕ ਉੱਥੇ ਜਾ ਕੇ ਔਰਤ ਨਾਲ ਗੱਲਬਾਤ ਕਰੇ। ਮੋਦੀ ਸਾਹਿਬ ਦੇ ਚਾਹ ਦੀ ਦੇਈ ਤੁਰੀ ਫਿਰਦੇ ਨੇ ਉੱਥੇ, ਬਿਲਕੁਲ, ਜਾਂ ਯੋਗੀ ਸਾਹਿਬ ਨੇ। ਇਸ ਕਰਕੇ ਪ੍ਰਿੰਕਾ ਜਿਹੜੀ ਗਰਾਊਂਡ ਲੈਵਲ ਤੇ ਕੰਮ ਕਰ ਰਹੀ ਹੈ, ਗਰਾਊਂਡ ਲੈਵਲ ਤੇ ਉਸ ਇਲਾਕੇ ਜਾ ਰਹੀ ਹੈ, ਵੈਸਟ ਯੂਪੀ ਜਾ ਰਹੀ ਹੈ। ਵੈਸਟ ਯੂਪੀ ਜੈਸੇ ਕਾਫੀ ਜਿਹੜੀ ਬੀਜੇਪੀ ਦੀ ਖਿਲਾਫਤ ਹੋ ਰਹੀ ਹੈ। 136 ਸੀਟਾਂ ਦੇ ਵਿੱਚੋਂ 2000 ਚੋਣਾਂ ਪਿਛਲੀਆਂ ਹੋਈਆਂ ਜੀ। 2017 ਦੇ ਵਿੱਚ ਇਹਨਾਂ ਨੂੰ 136 ਸੀਟਾਂ ਮਿਲੀਆਂ ਸੀ। ਐਤਕੀ ਇਹ ਆਸ ਨਹੀਂ ਉੱਥੇ ਸੀਟਾਂ ਨਹੀਂ ਮਿਲਦੀਆਂ। ਇਹ ਜਿਹੜੇ ਕਾਨੂੰਨ ਵਾਪਸ ਕੀਤੇ ਇਹ ਐਵੇਂ ਨਹੀਂ ਕੀਤੇ ਗਏ, ਬਕਾਇਦਾ ਤੌਰ ਤੇ ਯੂਪੀ ਦਾ 3 ਜਗ੍ਹਾ ਤੋਂ ਸਰਵੇ ਕਰਾਇਆ ਗਿਆ ਜੀ। ਉਹਨਾਂ ਕਿਹਾ ਜੀ ਤੁਸੀਂ ਬੜੀ ਬੁਰੀ ਤਰ੍ਹਾਂ ਹਾਰਦੇ ਹੋ। ਫਿਰ ਮੋਦੀ ਸਾਹਿਬ ਨੇ ਬਾਬੇ ਨਾਨਕ ਦਾ ਲਿਆ ਨਾਂ ਤੇ ਬਾਬੇ ਨਾਨਕ ਦੇ ਜਿਹੜੇ ਪ੍ਰਕਾਸ਼ ਉਤਸਵ ਤੇ ਉਸ ਦਿਨ ਮਾਫੀ ਵੀ ਮੰਗ ਲਈ ਤੇ ਕਾਨੂੰਨ ਵੀ ਜਾਤੀ ਤੇ ਕਿਸਾਨਾਂ ਨੂੰ ਵੀ ਖੁਸ਼ ਕਰਤਾ ਤੇ ਆਪਣਾ ਵੀ ਕੰਮ ਕਰਾਂਗੇ ਜੀ। ਉਹਨਾਂ ਨੂੰ ਕਿਹਾ ਗਿਆ ਵੀ ਜੇ ਕਿਸਾਨ ਬੈਠੇ ਰਹੇ ਤੇ ਫਿਰ ਤੁਹਾਡੀ ਹਾਲਤ ਹੋਰ ਪਤਲੀ ਹੋ ਜਾਣੀ ਚਾਹੀਦੀ। ਮੁਜ਼ੱਫਰਨਗਰ ਦੇ ਵਿੱਚ ਜਦੋਂ ਰੈਲੀ ਹੁੰਦੀ ਹੈ ਜੀ, ਉੱਥੇ ਬਕਾਇਦਾ ਤੌਰ ਤੇ ਜਿਹੜੇ ਇਹਨਾਂ ਦੰਗੇ ਫਸਾਦ ਮੁਸਲਮਾਨਾਂ ਤੇ ਹਿੰਦੂਆਂ 'ਚ ਕਰਵਾਏ ਸੀ, ਬਿਲਕੁਲ ਹਾਸ਼ੀ ਤੇ ਚਲੇ ਗਏ ਸਾਰੇ। ਬਿਲਕੁਲ ਜੀ। ਇਹ ਪਹਿਲੀ ਵਾਰੀ ਹੈ ਜਿਹੜੀ ਕਿਸਾਨਾਂ ਨੇ ਇਕੱਠੇ ਕਰਕੇ ਕਹਿਤਾ ਜਾ ਕੇ ਟਕੈਤ ਨੂੰ ਕਿ ਤੇਰਾ ਇਲਾਕਾ ਇੱਥੇ ਮੁਸਲਮਾਨ ਤੇ ਬਕਾਇਦਾ ਤੌਰ ਤੇ ਜਿਹੜੇ ਸਾਰੇ ਭਾਈਚਾਰੇ ਇਕੱਠੇ ਹੋਣੇ ਚਾਹੀਦੇ ਆ। ਇਹ ਬਹੁਤ ਵੱਡਾ ਪ੍ਰਭਾਵ ਪਿਆ। ਉਸ ਰੈਲੀ ਦਾ ਰਿਕਾਰਡ ਆ ਜੀ, ਉਸ ਰੈਲੀ ਦਾ ਰਿਕਾਰਡ ਉਸ ਜਗ੍ਹਾ ਦਾ ਰਿਕਾਰਡ ਆ। ਉਹ ਕਹਿੰਦੇ ਕਿ ਜਿਹੜੀ ਵੀ ਪਾਰਟੀ ਇੱਥੇ ਇਹ ਬਕਾਇਦਾ ਤੌਰ ਤੇ ਭਰ ਦਿੰਦੀ ਹੈ ਨਾ, ਇਹ ਗਰਾਊਂਡ ਭਰ ਦਿੰਦੀ ਆ, ਉਹ ਸਰਕਾਰ ਉਹਦੀ ਬਣ ਜਾਂਦੀ ਜੀ। ਤੇ 500 ਦੇ ਕਰੀਬ ਲੰਗਰ ਲਾਇਆ ਸੀ ਉੱਥੇ ਮੁਸਲਮਾਨਾਂ ਨੇ ਉਸ ਦਿਨ ਉੱਤੇ। ਇਸ ਕਰਕੇ ਜਿਹੜੀ ਉਹ ਸਦਭਾਵਨਾ ਬਣੀ ਹੈ ਨਾ, ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ। ਉਹ ਜੇ ਨਾ ਟੁੱਟੀ ਤੇ ਫਿਰ ਬੀਜੇਪੀ ਦੀ ਹਾਲਤ ਪਤਲੀ ਹੋਈ ਤੇ ਇਸੇ ਕਰਕੇ ਕਾਨੂੰਨ ਵਾਪਸ ਲੈ ਕੇ ਤੇ ਪ੍ਰਿੰਕਾ ਗਾਂਧੀ ਉਸ ਇਲਾਕੇ 'ਚ ਕਾਫੀ ਕੰਮ ਕਰ ਰਹੀ ਹੈ ਜੀ। ਪੱਟੀ ਸਾਹਿਬ ਹੁਕਮ ਹੋਵੇ ਤਾਂ ਇੱਕ ਦੋ ਹੋਰ ਖਬਰਾਂ
ਕਰੋ 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 ਕਰੋ, ਕੋਈ ਨਹੀਂ, ਕਰ ਲਓ ਹੁਣ ਤੁਸੀਂ ਚੀਜ਼ਾਂ। ਬਹੁਤ ਬਹੁਤ ਮਿਹਰਬਾਨੀ ਪੱਟੀ ਸਾਹਿਬ। ਦਿੱਲੀ ਕਮੇਟੀ ਦੀ ਚੋਣ ਜਿੱਥੇ ਰਾਹ ਪੱਧਰਾ ਹੋ ਗਿਆ, ਦਿੱਲੀ ਦੀ ਇੱਕ ਹੋਰ ਖਬਰ ਆਉਂਦੀ ਹੈ, ਅਦਾਲਤ ਨੇ ਕੁਤਬ ਮੀਨਾਰ ਦੇ ਅੰਦਰੋਂ ਦੇਵਤਿਆਂ ਦੀ ਪੂਜਾ ਸ਼ੁਰੂ ਕਰਨ ਦੀ ਮੰਗ ਵਾਲੀ ਪਟੀਸ਼ਨ ਜਿਹੜੀ ਹੈ ਖਾਰਿਜ ਕਰਤੀ ਹੈ। ਇਹਦਾ ਇੱਕ ਅਹਿਮ ਖਬਰ ਹੈਗੀ ਹੈ, ਇਹਦਾ ਕੀ ਪ੍ਰਭਾਵ ਪਏਗਾ? ਵੇਖੋ ਜੀ, ਜਦੋਂ ਤੋਂ ਅਯੁੱਧਿਆ ਦਾ ਭੂਮੀ ਵਿਵਾਦ ਹੋਇਆ ਜੀ, ਉਸ ਟਾਈਮ ਤੇ ਇਹਨਾਂ ਨੇ ਇੰਨੀ ਗੱਲ ਕਹੀ ਸੀ, ਅਯੁੱਧਿਆ ਇੱਕ ਝਾਕੀ ਹੈ, ਮਥੁਰਾ ਕਾਸ਼ੀ ਬਾਕੀ ਹੈ ਜੀ। ਮਥੁਰਾ ਦੇ ਵਿੱਚ ਜਿਹੜੀ ਗੁੰਡਾਗਰਦੀ ਕੀਤੀ ਹੈ ਸਰਕਾਰ, ਉੱਥੇ ਦੰਗੇ ਕਿਉਂ ਨਹੀਂ ਹੋਣ ਦਿੰਦੀ? ਹੁਣ ਸਿਰਫ ਤਣਾਅ ਪੈਦਾ ਕਰ ਰਹੀ ਹੈ। ਸਰਕਾਰ ਨੂੰ ਪਤਾ ਜੇ ਇੱਥੇ ਦੰਗੇ ਹੋ ਗਏ ਤੇ ਬਦਨਾਮੀ ਸਰਕਾਰ ਦੀ ਬਹੁਤ ਜ਼ਿਆਦਾ ਹੋਣੀ ਹੈ ਜੀ। ਹੁਣ ਮੀਡੀਆ, ਕੋਈ ਪ੍ਰਿੰਟ ਮੀਡੀਆ ਤੇ ਇਹਨਾਂ ਦਾ ਗੁੱਡ ਮੀਡੀਆ ਇਕੱਲਾ ਨਹੀਂ, YouTube ਤੇ ਪਹਿਲਾਂ ਸਭ ਮਿੰਟੋ ਚੜ ਜਾਂਦਾ ਕਿ ਇੱਥੇ ਕੀ ਹੋ ਰਿਹਾ, ਲੋਕ ਸਵੇਖ ਲੈਂਦੇ ਆ। ਬਿਲਕੁਲ ਜੀ। ਇਸ ਕਰਕੇ ਨਾ ਤਣਾਅ ਜ਼ਰੂਰ ਪੈਦਾ ਕੀਤਾ ਉੱਥੇ ਕਿ ਅਸੀਂ ਮੂਰਤੀਆਂ ਰੱਖੀ ਜਾ ਕੇ ਮੱਥਾ ਦੀ ਮਸਜਿਦ ਦੇ ਵਿੱਚ, ਉੱਥੇ ਜਾ ਕੇ ਅਸੀਂ ਆਪਣੀ ਜਿਹੜੀ ਪੂਜਾ ਕਰਨੀ ਹੈ, ਲੇਕਿਨ ਨਹੀਂ ਜਾਣ ਦਿੱਤਾ ਪ੍ਰਸ਼ਾਸਨ ਨੇ। ਇਸੇ ਕਰਕੇ ਨਹੀਂ ਜਾਣ ਦਿੱਤਾ। ਤਣਾਅ ਬਣਾ ਕੇ ਰੱਖੋ, ਦੋ ਤਰ੍ਹਾਂ ਚ ਪਾੜ ਕੇ ਰੱਖੋ ਇਹਨਾਂ ਤੁਸੀਂ। ਲੇਕਿਨ ਜਿਹੜੇ ਲੋਕਲ ਲੋਕ ਸੀ ਮਥੁਰਾ ਦੇ, ਹਿੰਦੂ ਵੀ ਲੋਕ ਸੀ, ਉਹਨਾਂ ਜਿਸ ਨਾਲ ਵਿਰੋਧ ਕੀਤਾ ਵੀ ਤੁਸੀਂ ਸਾਡੀ ਜਿਹੜੀ ਜ਼ਿੰਦਗੀ ਆ ਸਹੀ ਹੋਈ ਜੀ ਰਹੀ, ਤੁਸੀਂ ਸਾਨੂੰ ਕਿਉਂ ਤੰਗ ਕਰ ਰਹੇ ਹੋ? ਬਿਲਕੁਲ। ਹੁਣ ਕੁਤਬ ਮੀਨਾਰ ਦੀ ਗੱਲ ਕਰਦੇ ਆ। ਕੁਤਬ ਮੀਨਾਰ ਇਹ ਕਹਿੰਦੇ ਜੀ, ਇਹ ਜਿਹੜੀ ਕੁਤਬ ਮੀਨਾਰ ਇਹ ਸਾਡੇ ਜਿਹੜੇ ਬਕਾਇਦਾ ਤੌਰ ਤੇ ਸਪਾਈ ਮੰਦਰ ਸੀ ਉਹਨੂੰ ਢਾਹ ਕੇ, ਜਿਹੜਾ ਮੁਹੰਮਦ ਗੌਰੀ ਸੀ ਉਹਦੇ ਕੁਤਬਦੀਨ ਜਿਹੜਾ ਸੀ ਜਨਰਲ, ਉਹਨੇ ਆ ਕੇ ਢਾਹ ਕੇ ਕੁਤਬ ਮੀਨਾਰ ਬਣਾਈ ਉੱਥੇ ਜੀ। ਇਸ ਕਰਕੇ ਜਗ੍ਹਾ ਸਾਡੀ ਹੈ। ਲੇਕਿਨ ਜਦੋਂ ਇਹ ਮਾਮਲਾ ਗਿਆ ਕੋਰਟ ਦੇ ਵਿੱਚ, ਉਹ ਬਕਾਇਦਾ ਤੌਰ ਤੇ ਲੇਡੀ ਜੱਜ, ਉਹਦਾ ਨਾਂ ਮੈਨੂੰ ਯਾਦ ਹੁਣ, ਕੋਈ ਸ਼ਰਮਾ ਕੀਤੀ ਹੈਗੀ, ਉਹਨੇ ਮਜ਼ਾਕ ਕੇ ਫਾਈਨ ਮਾਰੀ ਜੀ। ਕਹਿੰਦੀ ਅਤੀਤ ਦੀਆਂ ਗੱਲਾਂ ਤੇ ਘੱਟੋ ਘੱਟ 1000 ਸਾਲ ਤੋਂ ਵੱਧ ਦੀ ਗੱਲ ਪੁਰਾਣੀ ਹੋ ਗਈ ਜੀ, ਤੁਸੀਂ ਗੱਲ ਕਰ ਰਹੇ ਹੋ ਇਸ ਵਾਰ। ਇਹਦਾ ਮਤਲਬ ਕੀ ਹੈ? ਪੂਜਾ ਕਰ ਲਓ, ਉਹ ਥਾਂ ਵਾਲੀ ਜੀ ਜਿੱਥੇ ਮਰਜ਼ੀ ਪੂਜਾ ਕਰ, ਰੋਕਦਾ ਵੀ ਤੁਹਾਨੂੰ? ਇਹ ਬਿਲਕੁਲ ਨਹੀਂ ਗੁੰਡਾਗਰਦੀ, ਬਿਲਕੁਲ ਪੁਲਿਸ ਨੂੰ ਹਦਾਇਤ ਕਰਤੀ, ਬਿਲਕੁਲ ਵੀ ਕੋਈ ਗੁੰਡਾਗਰਦੀ ਕੋਈ ਨਹੀਂ ਹੋਣੀ ਚਾਹੀਦੀ। ਸਾਨੂੰ ਵੀ ਪਤਾ ਉੱਥੇ ਬਕਾਇਦਾ ਤੌਰ ਤੇ ਕਿ ਗੁੰਡਾਗਰਦੀ ਨਹੀਂ ਹੋਣ ਦੇਣੀ, ਇਹਨਾਂ ਸਰਕਾਰ ਦੀ ਬਦਨਾਮੀ ਹੁੰਦੀ ਹੈ। ਲੇਕਿਨ ਇਹ ਵੀ ਤਣਾਅ ਪੈਦਾ ਕਰਨਾ ਫਿਰਕਿਆਂ ਦੇ ਵਿੱਚ, ਮੁਸਲਮਾਨਾਂ ਦੇ ਵਿੱਚ, ਹਿੰਦੂਆਂ ਦੇ ਵਿੱਚ, ਇਹ ਮਾੜੀ ਗੱਲ, ਇਹ ਨਹੀਂ ਹੋਣਾ ਚਾਹੀਦਾ। ਜੱਜ ਨੇ ਜੋ ਕੀਤਾ ਠੀਕ ਕੀਤਾ। ਮੈਂ ਸੋਚਦਾ ਕਿ ਉਹਨੂੰ ਇਹਦਾ ਨਹੀਂ, ਇਹਦੋਂ ਵੱਧ ਸਖਤ ਆਰਡਰ ਜਾਰੀ ਕਰਨੀ ਚਾਹੀਦੀ। ਦੂਜਾ ਰੁਖ ਗੁਜਰਾਤ ਦਾ ਕਰਦੇ ਹਾਂ ਜੀ। ਗੁਜਰਾਤ ਹਾਈ ਕੋਰਟ ਨੇ ਵੀ ਅਹਿਮਦਾਬਾਦ ਦੇ ਐਮਸੀ ਨੂੰ ਝਾੜ ਪਾਈ ਹੈ, ਖਾਣ ਪੀਣ ਤੇ ਰੋਕ ਨਹੀਂ ਲਾਈ ਜਾ ਸਕਦੀ ਕਹਿੰਦੇ। ਇਹਦੇ ਬਾਰੇ ਕੀ ਕਹਿਣਾ ਜੀ? ਇਹਦੇ ਵਿੱਚ ਅੱਜ ਉਹਨਾਂ ਨੇ ਕੋਈ ਥਾਵਾਂ ਦੇ ਉੱਤੇ, ਕੁਝ ਜ਼ਿਲ੍ਹਿਆਂ ਦੇ ਉੱਤੇ ਗੱਲ ਕਹਿ ਦਿੱਤੀ ਸੀ ਕਿ ਬਕਾਇਦਾ ਤੌਰ ਤੇ ਤੁਸੀਂ ਜਿਹੜਾ ਵਾ ਨਾ ਇਹਨਾਂ ਜ਼ਿਲ੍ਹਿਆਂ ਨੌਨ ਵੈਜ ਨਹੀਂ ਖਾ ਸਕਦੇ ਜੀ। ਤੇ ਉਹ ਮਾਮਲਾ ਹਾਈ ਕੋਰਟ ਚਲੇ ਗਿਆ ਤੇ ਗੁਜਰਾਤ ਹਾਈ ਕੋਰਟ ਨੇ ਝਾੜ ਪਾਈ ਵੀ ਭਾਈ ਤੁਸੀਂ ਖਾਣ ਪੀਣ ਤੋਂ ਕਿਸੇ ਨੂੰ ਕਿਵੇਂ ਰੋਕ ਸਕਦੇ? ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਖਾਣ ਪੀਣ ਤੋਂ ਰੋਕਣ? ਕਿੱਥੇ ਲਿਖਿਆ ਸਾਡੇ ਸੰਵਿਧਾਨ ਦੇ ਵਿੱਚ ਆ ਤੁਸੀਂ ਖਾਣਾ ਨਹੀਂ ਆ ਖਾਣਾ ਜੀ? ਇਸ ਕਰਕੇ ਉਹਨਾਂ ਨੇ ਕਹਿਤਾ, ਜਿਹੜੀ ਏਐਮਸੀ ਉੱਥੇ ਹੈਗੀ ਸੀ, ਵੀ ਇਹਦੇ ਬਕਾਇਦਾ ਤੌਰ ਤੇ ਉਹਨੇ ਕਿਹਾ ਵੀ ਤੁਸੀਂ ਆਪਣੇ ਆਰਡਰ ਵਾਪਸ ਲਓ, ਜੇ ਨਹੀਂ ਲਓਗੇ ਤਾਂ ਸਾਨੂੰ ਅਗਲੀ ਕਾਰਵਾਈ ਕਰਨੀ ਪਊਗੀ, ਤੁਹਾਡੇ ਖਿਲਾਫ ਮੁਕੱਦਮਾ ਦਰਜ ਕਰਾ ਸਕਦੇ ਹੋ। ਚੰਗੀ ਗੱਲ ਹੈ ਜੀ। ਵੇਖੋ ਤੁਸੀਂ ਕੋਈ ਬੰਦਾ ਖਾਂਦਾ, ਕੋਈ ਮੀਟ ਖਾਂਦਾ, ਖਾਈ ਜਾਂਦਾ, ਤੁਹਾਨੂੰ ਕੀ ਕਹਿੰਦਾ ਤੁਸੀਂ ਨਾ ਖਾਓ, ਨਹੀਂ ਖਾਣਾ ਨਹੀਂ। ਬਿਲਕੁਲ। ਕਿਹੜੇ ਸੂਬੇ ਚ ਹੈਗਾ ਇਹੋ ਜਿਹੀ ਜਿਹੜੀ ਹੈ ਨਾ ਗੁਜਰਾਤ ਦੇ ਵਿੱਚ? ਗੁਜਰਾਤ ਦੇ ਵਿੱਚ ਜਿਹੜਾ ਹੈਗਾ ਸੀ, ਤੁਹਾਨੂੰ ਪਤਾ ਨਾ ਕੀ ਹੋਇਆ ਸੀ ਗੁਜਰਾਤ ਦੇ ਵਿੱਚ? ਬਿਲਕੁਲ ਜੀ। ਗੁਜਰਾਤ ਦਾ ਇੱਕ ਸੂਰਤ ਸ਼ਹਿਰ ਹੈ ਜੀ, ਜਿਹਨੂੰ ਹੀਰਿਆਂ ਦਾ ਸ਼ਹਿਰ ਕਿਹਾ ਜਾਂਦਾ। ਉੱਥੇ ਬਕਾਇਦਾ ਤੌਰ ਤੇ 2.5 ਸਾਲ ਦੀ ਇੱਕ ਪ੍ਰਵਾਸੀ ਬੱਚੀ ਬਿਹਾਰ ਦੀ ਸੀ ਤੇ ਬਿਹਾਰ ਦਾ ਇੱਕ ਮਜ਼ਦੂਰ ਸੀ, ਜਿਹਦੇ 2 ਬੱਚੇ ਦੀ ਪਤਨੀ 2.5 ਸਾਲ ਦੀ ਬੱਚੀ ਨੂੰ ਚੁੱਕ ਕੇ ਝਾੜੀਆਂ ਲਾ ਕੇ ਉਹਨਾਂ ਬਲਾਤਕਾਰ ਕੀਤਾ। ਇੰਨਾ ਬੁਰੀ ਤਰ੍ਹਾਂ ਬਲਾਤਕਾਰ ਕੀਤਾ ਕਿ ਉਹਦੇ ਗੁੱਟ ਅੰਗ ਵੀ ਬਾਹਰ ਆ ਗਏ ਜੀ। ਕੁੜੀ ਨੂੰ ਗਲ ਘੁੱਟ ਕੇ ਮਾਰ ਦਿੱਤਾ ਗਿਆ। ਦੀਵਾਲੀ ਵਾਲੇ ਦਿਨ ਦੀ ਗੱਲ ਆ। 8 ਤਰੀਕ ਨੂੰ ਉਹ ਬੰਦਾ ਪੁਲਿਸ ਨੂੰ, ਜਦੋਂ ਪੁਲਿਸ ਕੋਲ ਰਿਪੋਰਟ ਦਰਜ ਹੁੰਦੀ ਹੈ, ਪੁਲਿਸ CCTV ਕੈਮਰੇ 200 CCTV ਪੁਲਿਸ ਚੈੱਕ ਕਰਦੀ ਹੈ ਉੱਥੇ ਜੀ। ਫਿਰ ਪਤਾ ਲੱਗਦਾ ਕਿ ਮੋਢੇ ਤੇ ਬਿਠਾ ਕੇ ਕੁੜੀ ਨੂੰ ਇੱਕ ਬੰਦਾ ਲੈ ਕੇ ਜਾ ਰਿਹਾ। ਲੋਕਾਂ ਨੂੰ ਪੁੱਛਿਆ, ਉਹਨਾਂ ਨੇ ਪਛਾਣ ਕੀਤੀ, ਹਾਂ ਇੱਕ ਬੰਦਾ ਇੱਧਰ ਗਿਆ ਸੀ, ਇਹ ਬੰਦਾ ਕੁੜੀ ਚੁੱਕਿਆ। ਉਹਦੀ ਪਛਾਣ ਹੋਈ, ਉਹਦੀ ਗ੍ਰਿਫਤਾਰੀ ਹੋਈ। ਉਹਨੂੰ ਪੁੱਛਿਆ ਕਿ ਉਹਨੇ ਆਪਣਾ ਜੁਰਮ ਕਬੂਲ ਕੀਤਾ ਜੀ। 29 ਦਿਨ ਦੇ ਵਿੱਚ ਉਸ ਦੀ ਅਦਾਲਤ ਨੇ ਉਹਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ। ਜੇ ਕੰਮ ਕਰਨੇ ਤੇ ਉਸ ਜੱਜ ਨੂੰ ਸਲਾਮ ਆ। ਤੁਹਾਨੂੰ ਪਤਾ ਹੋਏਗਾ ਰਾਜਸਥਾਨ ਦੇ ਵਿੱਚ ਘਟਨਾ ਤੋਂ ਨਹੀਂ ਵਾਪਰੀ ਸੀ, ਉਦੋਂ 14 ਦਿਨਾਂ ਦੀ ਜੱਜ ਨੇ ਜਿਹੜੀ ਸੀ ਫਾਂਸੀ ਦੇ ਦਿੱਤੀ ਸੀ। ਇੰਨਾ ਤੇਜ਼ ਕੰਮ ਸੀ ਜੀ। ਲੇਕਿਨ ਸਾਡੇ ਕੋਲ ਉਹ ਵੀ ਕੇਸ ਹੈਗੇ ਨੇ। 38 ਸਾਲ ਕੇਸ ਮੁਕੱਦਮਾ, 38 ਸਾਲ ਜੀ।
ਮੇਨ ਕਾਂਗਾ ਜੀ ਦਾ ਸ਼ਾਇਦ ਭਰਾ ਲੱਗਦਾ ਸੀ ਕਿ ਚਾਚੇ ਦਾ ਪੁੱਤ ਭਰਾ ਸੀ ਜੋਗਿੰਦਰ ਸਿੰਘ DIG, ਜਿਹਦੇ ਬਕਾਇਦਾ ਤੌਰ ਤੇ ਚੰਡੀਗੜ੍ਹ ਦੀ ਲੇਕ ਤੇ ਜਿਹੜੀ ਸੀ ਲਾਸ਼ ਪਾਈ ਗਈ ਸੀ। ਉਹਦੀ ਘਰਵਾਲੀ ਦੀ, ਉਹਦੇ ਮੁੰਡੇ ਦੇ ਤੇ ਉਹਦੇ ਭਤੀਜੇ ਤੇ ਕੇਸ ਦਰਜ ਕੀਤਾ ਗਿਆ ਤੇ ਇਹਨਾਂ ਬੰਦਾ ਮਾਰਤਾ। 304 ਦਾ ਬੰਦਾ ਜੀ ਕੇਸ ਦਰਜ ਕੀਤਾ ਗਿਆ ਜੀ। 1983 ਤੋਂ ਲੈ ਕੇ 1996 ਤੱਕ ਕੋਰਟ ਨੇ ਕੋਈ ਫੈਸਲਾ ਨਹੀਂ ਦਿੱਤਾ। ਜੋ ਫੈਸਲਾ ਦਿੱਤਾ ਤਾਂ ਉਹਨਾਂ ਨੂੰ ਸਜ਼ਾ ਦੇ ਦਿੱਤੀ। ਹਾਈ ਕੋਰਟ ਚਲੇ ਗਏ, ਹਾਈ ਕੋਰਟ ਨੇ ਸਜ਼ਾ ਬਾਹਰ ਰੱਖੀ, ਸੁਪਰੀਮ ਕੋਰਟ ਗਏ। ਸੁਪਰੀਮ ਕੋਰਟ ਨੇ 38 ਸਾਲਾਂ ਬਾਅਦ ਬਕਾਇਆ ਤੌਰ ਤੇ ਇਨਸਾਫ ਦਿੰਦੇ ਕਿ ਕਿੱਥੇ ਚੱਲਦੀ ਹੈ। ਜਿਹੜੀ ਲੇਡੀ ਦੀ ਉਮਰ 38 ਸਾਲ ਸੀ, ਉਹ 76 ਸਾਲ ਦੀ ਹੋ ਗਈ ਅੱਜ ਜੀ। ਅਜੇ ਤੱਕ ਹੀ ਉਹਦੇ ਫੰਡ ਕਲੀਅਰ ਨਹੀਂ ਕੀਤੇ ਕਿ ਉਹਦੇ ਬੱਚਾ ਬੁੱਢਾ ਹੋ ਗਿਆ ਤੇਰਾ, ਜਿਹੜਾ ਉਸ ਟਾਈਮ ਦੇ ਉੱਤੇ 38 ਸਾਲ ਤੋਂ ਪਹਿਲਾਂ ਕਿੰਨੀ ਉਮਰ ਹੋ ਗਈ? 25 ਸਾਲ ਦੀ ਹੋ ਗਈ, ਕਿੰਨੀ ਉਮਰ ਹੋ ਗਈ? ਨੌਕਰੀ ਲੈਣ ਜੋ ਨੌਕਰੀ ਨਹੀਂ ਮਿਲ ਸਕਦੀ ਤੁਹਾਨੂੰ, ਤੁਸੀਂ ਆਪਣਾ ਕੰਮ ਕਰਨ ਤੋਂ ਤੁਸੀਂ ਨਹੀਂ ਕਰ ਸਕਦੇ ਤੇ ਆਪਣੇ ਪਿਓ ਦੇ ਕਾਤਲ ਨੇ। ਇਸ ਕਰਕੇ ਸਾਡਾ ਇਨਸਾਫ ਉਹ ਵੀ ਤੇਜ਼ ਹੋਣਾ ਚਾਹੀਦਾ। ਜੇ 29 ਨਹੀਂ ਕਰ ਸਕਦੇ ਤਾਂ 38 ਸਾਲ ਕਿਉਂ ਲੱਗੇ ਜੀ। ਪਾਕਿਸਤਾਨ ਵਿੱਚ ਪੱਟੀ ਸਾਹਿਬ ਕਹਿੰਦੇ ਡਰਾਈਵਰ ਨੇ ਦਹੀਂ ਖਰੀਦਣ ਲਈ ਗੱਡੀ ਰੋਕ ਲਈ ਤੇ ਰੇਲ ਮੰਤਰੀ ਨੇ ਐਕਸ਼ਨ ਲਿਆ। ਅੱਜ ਤੋਂ 50 ਸਾਲ ਪਹਿਲਾਂ ਦੀ ਗੱਲ ਆ ਜੀ, ਮੈਂ ਆਪਣੀ ਗੱਲ ਕਰ ਰਿਹਾ ਜੀ। ਹੁਸ਼ਿਆਰਪੁਰ ਤੋਂ ਜਲੰਧਰ ਨੂੰ ਆ ਰਹੇ ਸੀ ਜੀ। ਤੇ ਜਲੰਧਰ ਦੇ ਬਾਹਰ ਰੇਲਵੇ ਦੇ ਨਾਲ ਕੁਆਟਰ ਨੇ ਇਹਨਾਂ ਦੇ, ਆਪਣੇ ਦੇ ਰੇਲਵੇ ਮੁਲਾਜ਼ਮਾਂ ਦੇ। ਹੁਣ ਤੇ ਅੱਗੇ ਵੀ ਮੈਨੂੰ ਪਤਾ ਉਦੋਂ ਹੈਗੇ ਸੀ ਜੀ। ਹੁਸ਼ਿਆਰਪੁਰ ਤੋਂ ਰੇਲ ਆਈ ਤੇ ਜਿਹੜਾ ਗਾਰਡ ਦੇ ਜਿਹੜਾ ਡਰਾਈਵਰ ਨਾਲ ਹੁੰਦਾ ਵਾ ਡੱਬਾ, ਉਹਦਾ ਉੱਥੇ ਅਸੀਂ ਬੈਠੇ ਸੀ ਤੇ ਉਹ ਬੈਠਾ ਪਰਿਵਾਰ ਵੀ ਬੈਠਾ ਸੀ। ਉਹਦੇ 2 ਲੜਕੀਆਂ ਸੀ, ਵਾਈਫ ਸੀ, ਇੱਕ ਬੇਟਾ ਸੀ ਨਾਲ ਜੀ। ਬਕਾਇਦਾ ਤੌਰ ਤੇ ਡਰਾਈਵਰ ਨੇ ਆਪਣੇ ਘਰ ਦੇ ਸਾਹਮਣੇ ਸਿੰਗਲ ਡਾਊਨ ਹੋਣ ਦੇ ਬਾਅਦ ਗੱਡੀ ਖੜੀ ਕੀਤੀ, ਪਰਿਵਾਰ ਨੂੰ ਲਾਇਆ, ਸਮਾਨ ਥੱਲੇ ਲਾਇਆ ਤੇ ਕਮਰੇ ਛੱਡ ਕੇ ਆਇਆ। ਘੱਟੋ ਘੱਟ 5 ਮਿੰਟ ਲੱਗੇ ਨੇ। ਤੁਸੀਂ ਨਹੀਂ ਪੁੱਛਿਆ ਉਹਨੂੰ ਕਿ ਭਾਈ ਤੂੰ ਇਹ ਕੰਮ ਕਿਉਂ ਕੀਤਾ ਜੀ। ਲੇਕਿਨ ਪਾਕਿਸਤਾਨ ਦੇ ਵਿੱਚ ਬਕਾਇਦਾ ਤੌਰ ਤੇ ਲਾਹੌਰ ਨੂੰ ਗੱਡੀ ਆ ਰਹੀ ਸੀ, ਰਸਤੇ 'ਚ ਇੱਕ ਜਗ੍ਹਾ ਦਹੀਂ ਬੜਾ ਸੋਹਣਾ ਮਿਲਦਾ ਸੀ, ਉਹਨੇ ਗੱਡੀ ਰੋਕੀ, ਬਕਾਇਦਾ ਤੌਰ ਤੇ ਡਰਾਈਵਰ ਥੱਲੇ ਉਤਰਿਆ, ਜਾ ਕੇ ਦਹੀਂ ਲੈ ਕੇ ਆਇਆ ਜੀ। ਤੇ ਅੱਜ ਕੱਲ੍ਹ ਹਰ ਇੱਕ ਦੇ ਹੱਥ ਤਾਂ ਤੁਹਾਨੂੰ ਪਤਾ ਵੀ ਕੈਮਰਾ ਵਾ ਜੀ। ਅਗਲੇ ਲੋਕਾਂ ਨੇ ਵੀਡੀਓ ਬਣਾਈ ਤੇ ਉਹ ਪਾਤੀ। ਜਦੋਂ ਵੀਡੀਓ ਪਾਤੀ ਕਿ ਡਾਊਨ ਨਹੀਂ ਹੈਗਾ ਵਾ, ਗੱਡੀ ਕਿਵੇਂ ਖੜੀ ਇੱਥੇ, ਤੇ ਗੱਡੀ ਦਹੀਂ ਲੈਣ ਵਾਸਤੇ ਡਰਾਈਵਰ ਨੇ ਖੜੀ ਕੀਤੀ ਹੈ। ਉੱਥੋਂ ਦੇ ਰੇਲਵੇ ਮਿਨਿਸਟਰ ਨੇ ਐਕਸ਼ਨ ਲਿਆ, ਦੋਵਾਂ ਨੂੰ ਸਸਪੈਂਡ ਕੀਤਾ। ਉਹਨੂੰ ਕਿਹਾ ਤੁਸੀਂ ਦਹੀਂ ਖਾਓ ਘਰ ਜਾ ਕੇ, ਕੋਈ ਗੱਲ ਨਹੀਂ, ਬਾਕੀ ਵੇਖਣ ਕੀ ਕਰਨਾ ਕੀ ਨਹੀਂ ਕਰਨਾ। ਇਹੋ ਜਿਹੇ ਲਾਪਰਵਾਹ ਬੰਦੇ ਵੀ ਹੈਗੇ ਜੀ। ਦੂਜੀ ਖਬਰ ਆ, ਵਿਆਹ ਵਿੱਚ ਸੋਨੇ ਦੀ ਅੰਗੂਠੀ ਹਲਕੀ ਮਿਲੀ ਤਾਂ ਲਾੜੇ ਨੇ ਸਿਹਰਾ ਉਤਾਰ ਸੁੱਟਿਆ, ਪਰਚਾ ਦਰਜ ਹੋ ਗਿਆ ਜੀ। ਇਹ ਭਾਜੀ ਪਹਿਲਾਂ 2-3 ਖਬਰਾਂ ਇਕੱਠੀਆਂ ਸੀ। 2 ਖਬਰਾਂ ਤੇ ਬਕਾਇਦਾ ਤੌਰ ਤੇ ਵਾਪਰੀਆਂ ਹਰਿਆਣੇ ਦੇ ਵਿੱਚ ਜੀ। ਹਰਿਆਣੇ ਵਿੱਚ ਬਕਾਇਦਾ ਤੌਰ ਤੇ ਇੱਕ ਮਹਿੰਦਰਗੜ੍ਹ ਦੀ ਘਟਨਾ ਸੀ। ਉੱਥੇ ਇੱਕ ਲੜਕੀ ਸੀ, ਲੜਕੀ ਦੇ ਘਰ ਜਦੋਂ ਉਹਦੇ ਬਰਾਤ ਨਹੀਂ ਆਈ ਤੇ ਉਹ ਕਹਿੰਦੇ ਜੀ ਨਾਲੇ ਤੇ 50 ਲੱਖ ਰੁਪਇਆ ਦਿਓ ਤੇ ਨਾਲੇ ਸਾਨੂੰ ਜਿਹੜੀ ਆ ਇੱਕ ਕਰੇਟਾ ਗੱਡੀ ਦਿਓ, ਅਸੀਂ ਫੇਰ ਵਿਆਹ ਹੋਣ ਮਨਾ ਜੀ। ਕੁੜੀ ਵਿਚਾਰੀ ਤਿਆਰ ਹੋ ਕੇ ਸਾਰੀ ਦਾ ਡਿੱਗਦੀ ਰਹੀ ਵੀ ਕਦੋਂ ਉਹ ਆਉਂਦੇ ਤੇ ਕਦੋਂ ਅਸੀਂ ਜਿਹੜੀ ਸਾਡੀ ਸ਼ਾਦੀ ਹੁੰਦੀ, ਉਹ ਨਹੀਂ ਆਏ ਜੀ। ਕੁੜੀ ਦਾ ਪਿਓ ਥੱਲੇ ਰਹਿੰਦਾ ਰਿਹਾ ਲੇਕਿਨ ਨਹੀਂ ਗੱਲ ਬਣੀ। ਅਖੀਰ ਦੇ ਉੱਤੇ ਕੁੜੀ ਨੇ ਆਪ ਬਕਾਇਦਾ ਤੌਰ ਤੇ ਪੁਲਿਸ ਬੁਲਾ ਕੇ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਾਇਆ। ਮੁੜ ਕੇ ਕਹਿੰਦੀ ਅਸੀਂ ਤੇ ਮੰਗਿਆ ਤੁਸੀਂ ਵਿਆਹ ਕਰਨ ਚੱਲਦੇ ਨਹੀਂ, ਬਿਲਕੁਲ ਨਹੀਂ, ਹੁਣ ਵਿਆਹ ਤੁਹਾਡਾ ਕੋਈ ਨਹੀਂ ਹੋਣਾ, ਚਲੋ ਜੀ ਜੇਲ੍ਹ ਚਲੋ ਤੁਸੀਂ। ਮੁੰਡੇ ਦੀ ਮਾਂ ਤੇ ਮੁੰਡੇ ਦਾ ਪਿਓ ਤੇ ਉਹਨੂੰ ਜੇਲ੍ਹ ਹੋ ਗਈ। ਦੂਜੀ ਘਟਨਾ ਵਾਪਰੀ ਕਰਨਾਲ ਦੇ ਵਿੱਚ ਜੀ। ਕਰਨਾਲ ਦੇ ਵਿੱਚ ਬਕਾਇਦਾ ਤੌਰ ਤੇ ਉਹ ਲਾੜਾ ਜਦੋਂ ਆਇਆ, ਉਹਨੇ ਆਪਣੇ ਜਿਹੜੇ ਸੀ ਚੈਨੀ ਪਾਈ, ਉਹਨੂੰ ਚੈਨੀ ਲਾ ਕੇ ਸੁੱਟੀ। ਕਹਿੰਦਾ ਕਿ ਚੈਨੀ ਹਲਕੀ ਹੈ ਜੀ। ਇੱਕ ਮੇਰੀ ਭੈਣ ਨੂੰ ਤੇ ਮੇਰੇ ਭਣੋਈਏ ਨੂੰ ਚੈਨੀ ਤੇ ਨਹੀਂ ਪਾਈ ਤੁਸੀਂ, ਤੇ ਨਹੀਂ ਵਿਆਹ ਨਹੀਂ ਕਰਨਾ, ਸਾਨੂੰ ਜਿਹੜੀ ਆ ਐਂਡੈਵਰ ਗੱਡੀ ਦਿਓ। ਉਹ ਕਾਫੀ ਦੇਰ ਰੱਟਾ ਚੱਲਦਾ ਰਿਹਾ। ਮੁੜ ਕੇ ਪੁਲਿਸ ਆਈ, ਪੁਲਿਸ ਨੇ ਕਹਿਤਾ ਜੀ ਸਾਡੇ ਕੋਲ ਸ਼ਿਕਾਇਤ ਨਹੀਂ ਆਈ। ਪੰਚਾਇਤ ਬੈਠੀ, ਪੰਚਾਇਤ ਦੇ ਵਿੱਚ ਉਹਨਾਂ ਕਹਿੰਦੇ ਵਿਆਹ ਕਰਾਉਣੀ ਰਾਜੀ। ਜਦੋਂ ਲਾਲ ਟੋਪੀ ਵਾਲੇ ਤੇ ਖਾਸੀ ਬੱਗੀ ਲਵੇ ਨਾ ਅੱਗੇ ਬਹਿ ਪਿਛਾਵੇ ਕੋਈ ਜਾਂਦਾ ਜੀ, ਸ਼ਾਦੀ ਕਰਨ ਲਈ ਤਿਆਰ ਆ। ਉਹ ਮੁੜ ਕੇ ਸ਼ਾਦੀ ਹੋਈ ਨਹੀਂ, ਉਹਦੇ ਬਾਰੇ ਕੋਈ ਜਾਣਕਾਰੀ ਨਹੀਂ। ਹੁਣ ਬਹੁਤੀ ਗੱਲ ਨਹੀਂ, ਜਲੰਧਰ ਦੀ ਕਹਾਣੀ। ਜਲੰਧਰ ਦੇ ਵਿੱਚ ਵਿਚੋਲੇ ਨੂੰ ਜਦੋਂ ਮੁੰਡੇ ਨੂੰ ਜਿਹੜੀ ਸੀ ਉਹ ਪਾਈ ਬਕਾਇਆ ਤੌਰ ਤੇ ਅੰਗੂਠੀ ਪਾਈ, ਤੇ ਉਹਨੇ ਕਿਹਾ ਮੇਰੀ ਭਾਬੀ ਨੂੰ ਕੋਈ ਨਹੀਂ ਪਾਈ ਸੋਨੇ ਦੀ ਅੰਗੂਠੀ ਜੀ। ਉਹਨੇ ਸਿਹਰਾ ਸੁਹਰਾ ਲਾ ਕੇ ਸੁੱਟ ਦਿੱਤਾ ਆਪਣਾ।
ਜਦੋਂ ਸਿਹਰਾ ਲਾ ਕੇ ਸੁੱਟ ਦਿੱਤਾ ਤੇ ਉੱਤੇ ਪੁਲਿਸ ਆ ਗਈ। ਪੁਲਿਸ ਨੂੰ ਆਉਣ ਤੋਂ ਬਾਅਦ ਜਿਹੜਾ ਬਕਾਇਦਾ ਉੱਤੇ ਪੁਲਿਸ ਨੂੰ ਕਿ ਦੱਸੋ ਕੀ ਕਰਨਾ, ਕੁੜੀ ਕਹਿੰਦੀ ਬਿਲਕੁਲ ਨਹੀਂ। ਬਥੇਰਾ ਮੁੜ ਕੇ ਮਨਾਉਣ ਕੁੜੀ ਨੂੰ, ਕਹਿੰਦੇ ਵੀ ਨਹੀਂ ਕੁੜੀਏ ਮੰਨ ਜਾ ਤੂੰ, ਕੋਈ ਨਹੀਂ ਪਿਆਰ ਨੇ ਕੋਈ ਗੱਲ ਨਹੀਂ। ਕਹਿੰਦੀ ਅਸੀਂ ਕੁਛ ਨਹੀਂ ਮੰਗਿਆ, ਕੁਛ ਨਹੀਂ ਕਹਿੰਦੇ ਸੀ, ਗਲਤੀ ਹੋ ਗਈ, ਗਲਤੀ ਮੰਨ ਲਈ ਆਪਣੀ। ਨਹੀਂ ਬਿਲਕੁਲ ਅੱਜ ਤਾਂ ਸਿਰਫ ਇੱਥੇ ਨਾ ਕਬੂਤ ਖੋਲੀ, ਕੱਲ ਨੂੰ ਮੇਰੀ ਜਾਨ ਵੀ ਲੈ ਸਕਦੇ ਆ। ਉਹਨੇ ਕਿਹਾ ਜੀ ਇਹਨਾਂ ਮੁਕੱਦਮਾ ਦਰਜ ਕਰੋ, ਮੁਕੱਦਮਾ ਦਰਜ ਕਰਕੇ ਜੇਲ੍ਹ ਸੁੱਟੋ ਇਹਨਾਂ 498 ਦਾ ਇਹਦਾ ਮੁਕੱਦਮਾ ਦਰਜ ਕਰਕੇ 4 ਵਿਅਕਤੀਆਂ ਖਿਲਾਫ NR ਲਾਣਾ ਫਿਰ NR ਹੈ। ਇਹਦੀ ਗੱਲ ਨਹੀਂ ਜੀ, ਜਨਤਕ ਚ ਖਲੋ ਕੇ ਉਹਨੇ ਮਾਫੀ ਮੈਨੂੰ ਮਾਫ ਕਰ ਦਿਓ। ਕਹਿੰਦੀ ਨਹੀਂ ਹੁਣ ਜੇਲ੍ਹ ਚੱਲਤੀ, ਹੁਣ ਇਹਦਾ 2 ਦਿਨ ਦਾ ਰਿਮਾਂਡ ਆ, ਪੁਲਿਸ ਪੁੱਛ ਪੜਤਾਲ ਵੀ ਕਰੇਗੀ ਤੇ ਜੇਲ੍ਹ ਵੀ ਭੇਜੇਗੀ। ਉਹਨਾਂ ਨੂੰ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ, ਇੰਨਾ ਕੁਛ ਹੋਣ ਦੇ ਬਾਵਜੂਦ ਵੀ ਲੋਕਾਂ ਨੂੰ ਅਕਲ ਪਤਾ ਨਹੀਂ ਕਿਉਂ ਨਹੀਂ ਆਉਂਦੀ। ਬਿਲਕੁਲ ਸਹੀ ਗੱਲ ਹੈ ਜੀ। ਜੀ 2 ਖਬਰਾਂ ਕਿਸਾਨੀ ਨਾਲ ਜੁੜੀਆਂ ਨੇ ਜੀ, ਜਿਹੜੀਆਂ ਕਿ ਅਹਿਮ ਨਿਗਾਹ ਖਿੱਚ ਰਹੀਆਂ ਨੇ ਕਿ ਸਾਬਕਾ IAS ਅਧਿਕਾਰੀਆਂ ਵੱਲੋਂ ਸੰਯੁਕਤ ਕਿਸਾਨ ਸੰਗਠਨ ਨੂੰ ਨੋਬਲ ਸ਼ਾਂਤੀ ਪੁਰਸਕਾਰ ਦੇਣ ਦੀ ਜਿਹੜੀ ਆ ਉਹ ਸਿਫਾਰਿਸ਼, ਤੇ ਦੂਜਾ ਪੱਟੀ ਸਾਹਿਬ ਕਿ ਕਿਸਾਨਾਂ ਨੂੰ ਖੁਸ਼ਹਾਲ ਕਰਨ ਲਈ ਫਸਲੀ ਵਿਭਿੰਨਤਾ ਸਮੇਂ ਦੀ ਲੋੜ ਆ ਤੇ ਜ਼ਰੂਰੀ ਆ, ਇਹ ਕਹਿਣਾ ਅਨਿਰੁੱਧ ਤਿਵਾੜੀ ਸਾਹਿਬ ਦਾ। ਜਿਹੜੀ ਗੱਲ ਤੁਸੀਂ ਕੀਤੀ ਹੈ ਨਾ ਜੀ ਨੋਬਲ ਪੁਰਸਕਾਰ ਦੇਣ ਦੀ, ਜੀ ਇਹ ਕੋਈ ਹੋਰ ਨਹੀਂ, ਸਾਬਕਾ 2 IAS ਅਫਸਰ ਨੇ ਬਕਾਇਦਾ ਤੌਰ ਤੇ, ਇੱਕ ਦਾ ਨਾਂ ਹੈਗਾ ਵਾ ਸਰਦਾਰ ਸਵਰਨ ਸਿੰਘ ਬੋਪਾਰਾ ਤੇ ਇੱਕ ਹੈਗੇ ਸਰ ਰਮੇਸ਼ ਇੰਦਰ ਸਿੰਘ ਜੀ। ਇਹਨਾਂ ਦੋਵਾਂ ਦੀ ਗੱਲ ਹੈ ਜੀ। ਇਹਨਾਂ ਦੋਵਾਂ ਨੂੰ ਬਕਾਇਦਾ ਤੌਰ ਤੇ ਮੈਂ ਇੱਕ ਫੋਰਮ ਬੁਲਾਈ ਆਪਣੀ, ਤੇ ਫੋਰਮ ਦੇ ਵਿੱਚ ਮੈਂ ਫੰਕਸ਼ਨ ਕੀਤਾ ਤੇ ਫੰਕਸ਼ਨ ਦੇ ਵਿੱਚ ਮੈਂ ਬੋਲਿਆ, ਇੰਨੀ ਗੱਲ ਕਹੀ ਕਿ ਇਹ ਇੱਕ ਕਿਸਾਨੀ ਅੰਦੋਲਨ ਸੀ ਨਾ, ਇਹ ਦੁਨੀਆ ਦਾ ਏਡਾ ਵੱਡਾ ਪਹਿਲਾ ਅੰਦੋਲਨ ਸੀ ਜੀ। ਦੂਸਰੀ ਚੀਜ਼ ਪੂਰੀ ਤਰ੍ਹਾਂ ਇਨਸਾਨਾਤ, ਪੂਰੀ ਤਰ੍ਹਾਂ ਸ਼ਾਂਤਾ ਨਾਲ ਸਦ ਭਾਵਨਾ ਅੰਦੋਲਨ ਲੜਿਆ ਗਿਆ ਜੀ। ਤੀਸਰੀ ਚੀਜ਼ ਜਿਹੜੀ ਆ, ਇਹ ਮੁੱਦੇ ਲੈ ਕੇ ਅਸੀਂ ਸਾਰਿਆਂ ਨੇ ਜਿੱਤ ਪ੍ਰਾਪਤ ਕੀਤੀ। ਇਸ ਕਰਕੇ ਇਹਨਾਂ ਕਿਹਾ ਕਿ ਇਹਨਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਮਿਲਣਾ ਚਾਹੀਦਾ ਇਹਨਾਂ ਜੀ। ਮੰਗ ਤੇ ਬੜੀ ਵਧੀਆ ਹੈ ਜੀ, ਲੇਕਿਨ ਦੇਵੇ ਕੌਣ ਹੋਣ ਇਹਨਾਂ ਨੂੰ? ਇਹਨਾਂ ਨੂੰ ਚਾਹੀਦਾ ਵੀ ਇਹ ਅਧਿਕਾਰੀ ਰਹੇ ਨੇ, ਪ੍ਰਸ਼ਾਸਨ ਚ ਰਹੇ ਨੇ, ਇਹ ਹੀ ਗਾਈਡ ਕਰਨਾ ਕਿ ਇਹ ਕਿਹਦੇ ਕੰਮ ਕਰ ਸਕਦਾ। ਕਿਉਂ ਸਰਕਾਰ ਨੇ ਦਵਾਣਾ, ਸਰਕਾਰ ਨੇ ਕਿਤੇ ਜਿੱਤਣਾ ਜੀ। ਲੇਕਿਨ ਇਹ ਆ ਕਿ ਇਹਨਾਂ ਦੀ ਮੰਗ ਮੈਂ ਸੋਚਦਾ ਬਿਲਕੁਲ ਜਾਇਜ਼, ਵਾਕਿਆ ਹੀ ਉਸ ਜਿਹੜਾ ਪੂਰੇ ਮੋਰਚੇ ਦੇ ਵਿੱਚ ਕੋਈ ਇਹੋ ਜਿਹੀ ਹਿੰਸਕ ਘਟਨਾ ਨਹੀਂ ਵਾਪਰੀ ਜਿਹੜੀ ਕਿ 2 ਧਿਰਾਂ ਨੂੰ, 2 ਪਰਿਵਾਰਾਂ ਨੂੰ, 2 ਧਰਮਾਂ ਨੂੰ ਵੰਡਦੀ ਹੈ। ਬਿਲਕੁਲ ਜੀ। ਕਈ ਵਾਰ ਜਿਹੜਾ ਹੈਗਾ ਮੋਰਚੇ ਨੂੰ ਮਤਲਬ ਤੋੜਨ ਦੀ ਕੋਸ਼ਿਸ਼ ਕੀਤੀ ਗਈ, ਉਹਦੇ ਉੱਤੇ ਗੁੰਡੇ ਵੀ ਭੇਜੇ ਗਏ, ਉੱਥੇ ਪੱਥਰਬਾਜ਼ੀ ਵੀ ਕੀਤੀ ਗਈ, ਲੜਾਈ ਝਗੜਾ ਵੀ ਹੋਇਆ, ਪਰ ਸੰਯੁਕਤ ਮੋਰਚਾ ਤੇ ਖਾਸ ਤੌਰ ਤੇ ਜਿਹੜੇ ਆ ਉਹ ਟਕੈਤ ਸਾਹਿਬ ਨੂੰ ਜਿਹੜਾ ਸਲੂਟ ਆ ਸਾਰਿਆਂ ਨੂੰ ਹੀ ਹੈ ਕਿ ਟਕੈਤ ਸਾਹਿਬ ਨੇ ਬੜਾ ਸੰਜਮ ਦੇ ਨਾਲ ਜਿਹੜਾ ਹੈ ਉਹ ਬੰਨੀ ਰੱਖਿਆ ਇਸ ਮੋਰਚੇ ਨੂੰ, ਬਾਕੀ ਪੰਜਾਬ ਦੇ, ਹਰਿਆਣੇ ਦੇ, UP ਦੇ ਲੀਡਰਾਂ ਦੇ ਨਾਲ ਉਹ ਵੀ ਕਾਬਿਲੇ ਤਾਰੀਫ ਹੈ ਜੀ। ਵੇਖੋ 26 ਤੋਂ ਬਾਅਦ ਜਿਹੜੇ 28 ਤਰੀਕ ਨੂੰ ਟਕੈਤ ਸਾਹਿਬ ਦੇ ਹੰਝੂ ਹੋ ਗਏ ਜੀ, ਉਹ ਹੰਝੂ ਇਹੋ ਜਿਹੇ ਸਮੁੰਦਰ ਬਣੇ ਕਿ ਸਰਕਾਰ ਦੀਆਂ ਸਾਰੀਆਂ ਸਿਕਿਉਰਿਟੀ ਫੋਰਸਾਂ ਨੂੰ ਤੇ ਉਹਦੇ ਗੁੱਡਿਆਂ ਨੂੰ ਰੋੜ ਕੇ ਲੈ ਗਈ। ਬਿਲਕੁਲ ਸਹੀ ਨੁਕਤੇ ਤੇ ਤੁਸੀਂ ਨਜ਼ਰ ਮਾਰੀ ਹੈ। ਜੇ ਉਹ ਹੰਝੂ ਨਾ ਵਗਦੇ ਤੇ ਸ਼ਾਇਦ ਮੋਰਚੇ ਨੂੰ ਕਦੇ ਦਾ ਇੱਥੋਂ ਖੰਡਾ ਬਣਾ ਦਿੱਤਾ ਜਾਂਦਾ। ਸਹੀ ਕਿਹਾ ਪੱਟੀ ਸਾਹਿਬ। ਲੇਕਿਨ ਉਹਨਾਂ ਲੋਕਾਂ ਵੀ ਜਦੋਂ ਉਹ ਵੀਡੀਓ ਵਾਇਰਲ ਹੋਈ ਆ ਤੇ ਰਾਤੋਂ ਰਾਤ ਲੋਕ ਉੱਥੇ ਹਜ਼ਾਰਾਂ ਦੀ ਗਿਣਤੀ ਟਰੈਕਟਰ ਲੈ ਕੇ ਪਹੁੰਚ ਗਏ ਨੇ, ਆਪਣੀਆਂ ਗੱਡੀਆਂ ਲੈ ਕੇ ਪਹੁੰਚ ਗਏ। ਚੌਧਰੀ ਰੋਇਆ ਕਿਉਂ? ਕਿ ਤੁਹਾਨੂੰ ਪਤਾ ਇਹਨਾਂ ਦੇ ਫਾਦਰ ਮਹਿੰਦਰ ਸਿੰਘ ਟਕੈਤ ਨੂੰ ਟਕੈਤ ਕਿਉਂ ਕਹਿੰਦੇ ਸੀ ਜੀ? ਜਿਹੜੇ ਮਹਿੰਦਰ ਸਿੰਘ ਚੌਧਰੀ ਮਹਿੰਦਰ ਸਿੰਘ ਸੀ ਜਿਹੜਾ ਮੋਰਚਾ ਲਾਉਂਦੇ ਸੀ, ਬੜਾ ਟਿੱਕੇ ਲਾਉਂਦੇ ਸੀ, ਮੁਰਕੇ ਹਿਲਦੇ ਨਹੀਂ ਸੀ, ਜਿਹੜੇ ਮੰਗ ਪੂਰੀ ਨਹੀਂ ਹੋ ਜਾਂਦੀ, ਇਸ ਕਰਕੇ ਟਕੈਤ ਕਹਿੰਦੇ ਟਿੱਕੇ ਮੋਰਚਾ ਲਾਉਂਦੇ ਜੀ। ਉਹ ਟਕੈਤ ਉਹਨਾਂ ਦੀ ਅੰਨ ਬਣ ਗਈ, ਲੱਕ ਬਣਾਉਣ ਲੱਗ ਗਿਆ ਉਹਨਾਂ ਦੀ। ਇਸ ਕਰਕੇ ਉਹ ਟਕੈਤ ਸਾਹਿਬ ਦਾ ਬੜਾ ਵੱਡਾ ਯੋਗਦਾਨ ਸੀਗਾ। ਟਕੈਤ ਸਾਹਿਬ ਨੇ ਕਹਿਤਾ ਵੀ ਸਿੱਖ ਖਾਲਿਸਤਾਨੀ ਤੇ ਫਿਰ ਸਾਰੇ ਖਾਲਿਸਤਾਨੀ ਜੀ, ਜੇ ਉਹ ਅੱਤਵਾਦੀ ਸਾਰੇ ਅੱਤਵਾਦੀ ਜੋ ਕਰਨਾ ਕਰ ਲਓ ਤੁਸੀਂ ਜੀ। ਤੇ ਸੰਯੁਕਤ ਕਿਸਾਨ ਮੋਰਚੇ ਨੇ ਬੜਾ ਵਧੀਆ ਕੀਤਾ ਕਿ ਉਹ ਬੰਦਾ ਡਿਜ਼ਰਵ ਕਰਦਾ ਸੀ, ਜਿੰਨਾ ਕੋ ਨੂੰ ਮਾਨਸਿਕਤਾ ਚਾਹੀਦਾ ਸੀ ਪੂਰਾ ਦਿੱਤਾ ਗਿਆ। ਬਿਲਕੁਲ ਅੱਜ ਵੀ MSP ਨੂੰ ਲੈ ਕੇ ਸ਼ਾਇਦ ਉਹ ਸਹਿਮਤ ਨਹੀਂ ਸੀ, ਲੇਕਿਨ ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਮੇਰੀ ਸਹਿਮਤੀ ਦੇ ਨਾਲ ਆ। ਜਿੱਥੇ ਚਾਹੀਦਾ ਹੈ ਕਿ MSP ਪਰ ਲੈ ਕੇ ਆਵੇ, ਲੇਕਿਨ ਥੋੜਾ ਤਾਂ ਸਾਰੀ ਇਕੱਠੀ ਨਹੀਂ ਹੁੰਦੀ। ਉਹਦੇ ਵਿੱਚ ਬਕਾਇਦਾ ਤੌਰ ਤੇ ਰਾਜੇਵਾਲ ਸਾਹਿਬ ਨੇ ਆਪਣੀ ਸਪੀਚ ਇੰਨੀ ਗੱਲ ਕਹਿਤੀ ਵੀ ਬਿਲਕੁਲ BJP ਨੂੰ ਵੋਟਾਂ ਨਾ ਪਾਇਓ, ਇਹ ਕੁਛ ਵੀ ਕਰ ਸਕਦੇ ਨੇ,
ਔਰ ਮੈਂ ਇਹ ਵੀ ਤੁਹਾਨੂੰ ਦੱਸ ਦਿਆਂ ਕਿ ਇਹ ਜਿਹੜਾ ਵਾ ਜਿਹੜੀ ਸਾਡਾ ਮੋਰਚਾ ਸਮਾਪਤ ਨਹੀਂ ਕੀਤਾ ਗਿਆ, ਇਹ ਮੁਲਤਵੀ ਕੀਤਾ ਗਿਆ ਤੇ ਅਗਲੀ ਤਰੀਕ ਸਾਡੀ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਮੀਟਿੰਗ ਅਗਲੀ 15 ਜਨਵਰੀ ਨੂੰ ਦਿੱਲੀ 'ਚ ਹੋਏਗੀ। ਬਿਲਕੁਲ। ਜੇ ਉਦੋਂ ਤੱਕ ਸਰਕਾਰ ਨੇ ਸਾਡੇ ਨਾਲ ਕੀਤੇ ਵਾਅਦੇ ਪੂਰੇ ਨਾ ਕੀਤੇ ਤੇ ਫਿਰ ਅਸੀਂ ਅਗਲੀ ਕੱਲ ਫਿਰ ਜਾਏਗੀ ਮੋਰਚਾ ਕਿਵੇਂ ਤੇ ਕਿੱਥੇ ਲਾਵਾਂਗੇ। ਪੱਟੀ ਸਾਹਿਬ ਬਹੁਤ ਬਹੁਤ ਧੰਨਵਾਦ, ਤੁਸੀਂ ਵਿਸ਼ੇਸ਼ ਜਾਣਕਾਰੀ ਤੇ ਖਬਰਾਂ ਦੀ ਵਿਸਤਾਰ ਦੇ ਨਾਲ ਪੜਚੋਲ ਕਰਕੇ ਸਾਡੇ ਸਰੋਤਿਆਂ ਨਾਲ ਸਾਂਝੀ ਖਬਰ ਜੀ ਇੱਕ ਆਪਣੀ ਹੈਗੀ ਜੀ 49 ਜੀ ਜਿਹੜੀ ਅਮਰਤ ਸਵਾਰੀ ਨੇ ਜੀ ਇਹ ਵੀ ਸੰਖੇਪ ਚ ਪੱਟੀ ਸਾਹਿਬ ਸਾਨੂੰ ਸੰਖੇਪ ਚ ਥੋੜਾ ਜਿਹਾ ਦੱਸੋ। ਇਹ ਆਪਾਂ ਕੱਲ ਗੱਲ ਕਰ ਲਾਂਗੇ, ਲੰਮੀ ਗੱਲ ਹੋਈ ਨਹੀਂ ਆਪਣੀ। ਜੀ ਬੜੀ ਮਿਹਰਬਾਨੀ ਪੱਟੀ ਸਾਹਿਬ ਤੁਹਾਡੀ। ਸਤਿ ਸ਼੍ਰੀ ਅਕਾਲ। ਤੇ ਅਸੀਂ ਹੁਣ ਚਾਹਾਂਗੇ ਸਰੋਤਿਓ ਇੱਕ ਬ੍ਰੇਕ ਤੋਂ ਬਾਅਦ ਸਵਰਨ ਦਾਨੇਵਾਲੀਆ ਸਾਹਿਬ ਸਾਡੇ ਸੀਨੀਅਰ ਪੱਤਰਕਾਰ ਤੇ ਸਹਿਯੋਗੀ ਤੇ ਬਖਤੌਰ ਢਿੱਲੋਂ ਸਾਹਿਬ ਪ੍ਰੋਗਰਾਮ ਦੇ ਅਗਲੇ ਹਿੱਸੇ 'ਚ ਤੁਹਾਡੇ ਰੂਬਰੂ ਹੋਣਗੇ। ਬਹੁਤ ਬਹੁਤ ਧੰਨਵਾਦ। ਸੁਣਦੇ ਰਹੋ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਨੂੰ।